ਵਾਹਿਗੁਰੂ ਸਾਹਿਬ ਜੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਪਰਵਾਨ ਗਣੀ ਸੇਈ ਆਏ, ਸਫਲ ਤਿਨਾ ਕੇ ਕਾਮਾ। ਪ੍ਰਵਾਨ ਗਣੀ ਸੇਈ ਇਹ ਆਏ, ਸਫਲ ਤਿਨਾ ਕੇ ਕਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ, ਵੱਡੇ ਭਾਗਾਂ ਵਾਲੇ ਹੋ ਜੋ ਰੋਜ਼ਾਨਾ ਸ਼ਾਮ ਨੂੰ ਸ੍ਰੀਮਾਨ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਧਾਰਮਿਕ ਸੰਗੀਤ ਅਕੈਡਮੀ ਦੇ ਗੁਰੂ ਦਰਬਾਰ ਅੰਦਰ ਬੈਠ ਕਰਕੇ ਮਹਾਂਪੁਰਖਾਂ ਦੇ ਨਿਰਮਲ ਜੀਵਨ ਦਾ ਇਤਿਹਾਸ ਸਰਵਣ ਕਰਦੇ ਹੋ। ਆਪ ਜੀ ਨੇ ਕੱਲ੍ਹ ਸਰਵਣ ਕੀਤਾ ਕਿ ਜਦੋਂ ਸੰਤ ਮਹਾਂਪੁਰਖ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੰਤਸਰ ਸਾਹਿਬ ਹੈ ਇੱਥੇ ਆਏ ਹਨ, ਇੱਕ ਵਾਰੀ ਘੜਿਆਲ ਪਿੰਡ ਵਾਲੇ ਲੈ ਗਏ। ਥੋੜ੍ਹੇ ਦਿਨਾਂ ਬਾਅਦ ਆਪਣੇ ਨਗਰ ਦੇ 4 ਪ੍ਰੇਮੀ ਆ ਕੇ ਫਿਰ ਲੈ ਆਏ ਮਹਾਂਪੁਰਖਾਂ ਨੂੰ। ਹੁਣ ਇੱਥੇ ਰਹਿਣ ਲੱਗ ਪਏ ਹਨ, ਪੱਕਾ ਵਸੇਬਾ ਕਰ ਲਿਆ ਹੈ, ਖੂਹੀ ਤਿਆਰ ਹੋ ਰਹੀ ਹੈ, ਪਰ ਇੱਥੇ ਰਹਿਣ ਲੱਗ ਪਏ। ਸੰਗਤਾਂ ਇੱਥੇ ਆਉਣ ਲੱਗ ਪਈਆਂ। ਅਜੇ ਇੱਕ ਤੰਬੂ ਲੱਗਾ ਹੈ, ਇੱਕ ਕੱਚੀ ਕੁਟੀਆ ਹੈ ਅਤੇ ਇੱਕ ਖੂਹੀ ਲੱਗੀ ਹੈ। ਇਹ ਤੋਂ ਇਲਾਵਾ ਅਜੇ ਕੁਝ ਨਹੀਂ ਹੈ, ਨਾ ਹੀ ਮਹਾਂਪੁਰਖ ਕੁਝ ਬਣਾਉਣਾ ਹੀ ਚਾਹੁੰਦੇ ਸਨ। ਸੋ ਸੰਗਤਾਂ ਆਉਂਦੀਆਂ ਹਨ ਮਹਾਂਪੁਰਖਾਂ ਦੇ ਪਾਸ, ਨਾਲ ਮਹਾਂਪੁਰਖਾਂ ਦੇ ਆ ਕਰਕੇ ਸੇਵਾ ਕਰਦੀਆਂ ਹਨ। ਸੋ ਮਹਾਂਪੁਰਖ ਬੰਦਗੀ ਕਰਦੇ ਆ, ਨਗਰ ਤੋਂ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਲਿਆਉਂਦੀ ਉਹ ਛਕ ਲੈਂਦੇ ਆ। ਸੋ ਇੱਦਾਂ ਕਰਕੇ ਸਮਾਂ ਬਤੀਤ ਹੋ ਰਿਹਾ ਹੈ। ਅਤੇ ਇੱਥੇ ਮਹਾਂਪੁਰਖ 1924 ਦੇ ਸਮੇਂ ਦੇ ਵਿੱਚ ਆਏ ਆ ਅਤੇ 25 ਦੇ ਵਿੱਚ ਮਹਾਂਪੁਰਖ ਜਿਹੜੇ 25 ਦਾ ਸਮਾਂ ਹੈ, ਇੱਕ ਫਤਿਹਦੀਨ ਸ਼ਾਹਪੁਰ ਪਿੰਡ ਦਾ, ਸ਼ਾਹਪੁਰ ਡੋਗਰਾ ਉਹਨੂੰ ਕਹਿੰਦੇ ਸੀ ਉਸ ਵੇਲੇ। ਹੁਣ ਇਕੱਲਾ ਸ਼ਾਹਪੁਰ ਕਹਿੰਦੇ, ਸ਼ਾਹਪੁਰ ਸਗਰਾਵਾਂ ਕਹਿੰਦੇ ਆ, ਉਦੋਂ ਸ਼ਾਹਪੁਰ ਡੋਗਰਾ ਕਹਿੰਦੇ ਸੀਗੇ। ਇਹ ਸਾਰੇ ਪਿੰਡ ਮੁਸਲਮਾਨਾਂ ਦੇ ਸਨ। ਪਾਕਿਸਤਾਨ ਬਣਨ ਤੋਂ ਬਾਅਦ ਇਹ ਚਲੇ ਗਏ ਅਤੇ ਕੰਬੋਜ ਬਰਾਦਰੀ ਉੱਧਰੋਂ ਆ ਕੇ ਇੱਥੇ ਵਸ ਗਈ ਹੈ। ਇਹ ਬਾਹਰ ਦੇ ਵਿੱਚੋਂ ਜਿਹੜੇ ਕੰਬੋਜ ਉੱਧਰ ਸੀ ਉਹ ਸਾਰੇ ਇੱਧਰ ਆ ਗਏ, ਸਿੱਖ ਇੱਧਰ ਆ ਗਏ ਅਤੇ ਮੁਸਲਮਾਨ ਉੱਧਰ ਚਲੇ ਗਏ। ਇੱਕ ਮੁਸਲਮਾਨ ਸੀ, ਉਹਦਾ ਨਾਂ ਸੀ ਫਤਿਹਦੀਨ, ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਰਹਿੰਦਾ ਏ ਅਤੇ ਸ਼ਰ੍ਹਾ ਤੋਂ ਉਹ ਦੂਰ ਹੈ। ਭਾਵ ਕੋਈ ਕੱਟੜ, ਜਿੱਦਾਂ ਕਹਿੰਦੇ ਨਾ ਕੱਟੜ ਮੁਸਲਮਾਨ ਹੈ, ਉਹਦੇ ਵਿੱਚ ਕੋਈ ਕੱਟੜਤਾ ਹੀ ਨਹੀਂ ਸੀ ਹੈਗੀ। ਉਹ ਤਾਂ ਰੱਬ ਦਾ ਨਾਂ ਲੈਣ ਵਾਲਾ ਕੋਈ ਵੀ ਹੈ, ਹਰੇਕ ਦਾ ਸਤਿਕਾਰ ਕਰਦਾ ਸੀ। ਸੋ ਸੂਫੀ ਮੱਤ ਦਾ ਸੀ, ਕੋਈ ਵੀ ਨਾ ਤਾਂ ਕਿਸੇ ਤਰ੍ਹਾਂ ਦਾ ਮਾਸ ਅਤੇ ਨਾ ਕੋਈ ਨਸ਼ਾ, ਕੋਈ ਸ਼ਰਾਬ ਤੰਬਾਕੂ ਹੁੱਕਾ, ਕੋਈ ਉਹਨੇ ਆਪਣੀ ਜ਼ਿੰਦਗੀ ਵਿੱਚ ਜਿਹੜਾ ਨਹੀਂ ਵਰਤਿਆ, ਕਿਸੇ ਨੂੰ ਹੱਥ ਨਹੀਂ ਲਾਇਆ ਉਹਨੇ। ਸੋ ਉਹ ਜਿੱਥੇ ਕਿਤੇ ਕੋਈ ਸੰਤ ਦੀ ਦੱਸ ਪਵੇ ਜਾਂਦਾ ਸੀਗਾ। ਉਹ ਇੱਕ ਦਿਨ ਇੱਧਰੋਂ ਟਾਂਗਰੇ ਵੱਲੋਂ ਆਉਂਦਿਆਂ ਹੋਇਆਂ ਸ਼ਾਮ ਦੇ ਸਮੇਂ ਚਲੇ ਗਿਆ, ਜਿੱਥੇ ਮਹਾਂਪੁਰਖ ਬੈਠੇ ਸਨ ਕੁਟੀਆ ਦੇ ਅੰਦਰ। ਸ਼ਾਮ ਦੇ ਸਮੇਂ ਬਾਹਰ ਸੀ ਬਾਬਾ ਸੱਜਾ ਸਿੰਘ ਜੀ ਪੁੱਛਦਾ ਕਿ ਮੈਂ ਸੁਣਿਆ ਵੀ ਇੱਥੇ ਮਿਹਰ ਦੇ ਦਰਿਆ ਵਾ ਅਤੇ ਮੈਨੂੰ ਵੀ ਕਿਣਕਾ ਹਾਸਲ ਹੋ ਜਾਵੇ। ਅਤੇ ਬਾਬਾ ਸੱਜਾ ਸਿੰਘ ਜੀ ਕਹਿੰਦੇ ਵੀ ਪ੍ਰੇਮੀਆਂ, ਜਿਹਦੇ ਪ੍ਰਸ਼ਾਦਾ ਛਕਣਾ ਹੀ ਤਾਂ ਮੇਰੀ ਡਿਊਟੀ ਹੈ, ਮੈਂ ਪ੍ਰਸ਼ਾਦਾ ਛਕਾ ਦਿੰਦਾ। ਜੇ ਹੋਰ ਕੁਝ ਪੁੱਛਣਾ ਤਾਂ ਸੰਤ ਜੀ ਅੰਦਰ ਬੰਦਗੀ ਕਰਦੇ ਆ, ਉਹਨਾਂ ਨੇ ਰਾਤ ਨੂੰ 8 ਵਜੇ ਬਾਹਰ ਆਉਣਾ ਹੈ ਅਤੇ 9 ਵਜੇ ਫਿਰ ਚਲੇ ਜਾਂਦੇ ਅੰਦਰ। 1 ਘੰਟਾ ਉਹਨਾਂ ਨੇ ਬਾਹਰ ਰਹਿਣਾ ਹੈ, ਜੇ ਕੋਈ ਪੁੱਛਣਾ ਤਾਂ ਪੁੱਛ ਲਈ। ਅਤੇ ਕਹਿਣ ਲੱਗਾ ਵੀ ਮੈਂ ਕੱਲ੍ਹ ਨੂੰ ਆਵਾਂਗਾ, ਚਲੇ ਗਿਆ। ਅਗਲੇ ਦਿਨ ਸ਼ਾਮਾਂ ਨੂੰ ਫਿਰ ਪਹਿਲਾਂ ਹੀ ਆ ਗਿਆ। ਜਦੋਂ 8 ਵਜੇ ਮਹਾਂਪੁਰਖ, ਕਿਉਂਕਿ ਉਦੋਂ ਦੱਸ ਕੇ ਨਹੀਂ ਆਇਆ ਘਰ, ਇਸ ਕਰਕੇ ਉਹ ਘਰ ਚਲੇ ਗਿਆ। ਅਗਲੇ ਦਿਨ ਘਰ ਦੱਸ ਕੇ ਵੀ ਮੈਂ ਜੱਬੋਵਾਲ ਜਾਣਾ, ਉਹ ਆ ਗਿਆ। 8 ਵਜੇ ਆਇਆ। ਮਹਾਂਪੁਰਖ ਜਦੋਂ ਬਾਹਰ ਆਏ, ਮਹਾਂਪੁਰਖਾਂ ਨੂੰ ਕਹਿਣ ਲੱਗਾ, ਮਹਾਂਪੁਰਖੋ ਮੇਰੇ 'ਤੇ ਕਿਰਪਾ ਕਰੋ, ਮੇਰਾ ਮਨ ਟਿਕ ਜਾਵੇ।
ਮੈਨੂੰ ਉਪਦੇਸ਼ ਕੋਈ ਐਸਾ ਦਿਓ, ਕੋਈ ਜੁਗਤੀ ਦਿਓ। ਸੰਤ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਹੁਣ ਰਾਤ ਦਾ ਸਮਾਂ 8 ਵਜੇ ਨੇ, ਪ੍ਰੇਮੀਆ ਤੂੰ ਜਾ ਸਵੇਰੇ 8 ਵਜੇ ਆਵੀਂ। ਉਹ ਚਲੇ ਗਿਆ। ਰਾਤ ਕਿਸੇ ਤਰ੍ਹਾਂ ਉਹਨੇ ਗੁਜ਼ਾਰੀ ਹੈ, ਪਤਾ ਨਹੀਂ ਕਿੱਦਾਂ ਗੁਜ਼ਾਰੀ, ਵਿਚਾਰੇ ਜਾਗ ਕੇ ਵੀ ਟਾਈਮ ਲੰਘ ਜੇ। ਸਵੇਰ 8 ਵਜੇ ਤੋਂ ਪਹਿਲਾਂ ਹੀ ਆ ਕੇ ਉਹ ਮਹਾਂਪੁਰਖਾਂ ਦੀ ਗੁਫਾ ਦੇ ਅੱਗੇ ਬੈਠਾ। ਮਹਾਂਪੁਰਖ 8 ਵਜੇ ਆਏ ਅਤੇ ਉਹਨੇ ਨਮਸਕਾਰ ਕੀਤੀ, ਮਹਾਂਪੁਰਖਾਂ ਨੂੰ ਸਲਾਮ ਕੀਤੀ ਹੈ, ਫਤਿਹ ਗਜਾਈ ਹੈ, ਮੱਥਾ ਟੇਕਿਆ ਅਤੇ ਬਹਿ ਗਿਆ ਮਹਾਂਪੁਰਖਾਂ ਦੇ ਲਾਗੇ। ਮਹਾਂਪੁਰਖਾਂ ਦੇ ਪ੍ਰੇਮੀਆਂ ਕੀ ਚਾਹੁੰਦਾ ਹੈ? ਕਹਿੰਦਾ ਮਹਾਂਪੁਰਖੋ ਮੇਰੇ ਕੋਲ ਮੇਰੀਆਂ ਧੀਆਂ ਵੀ ਹੈ, ਪੁੱਤ ਵੀ ਹੈ, ਘਰ ਵਾਲੀ ਵੀ ਆ, ਮਕਾਨ ਵੀ ਆ, ਜ਼ਮੀਨ ਵੀ ਆ, ਮਨ ਨਹੀਂ ਟਿਕਦਾ, ਸ਼ਾਂਤੀ ਨਹੀਂ ਆਉਂਦੀ, ਭਟਕਦਾ ਏ, ਇਹਨੂੰ ਟਿਕਾ ਦਿਓ, ਇਹਨੂੰ ਸ਼ਾਂਤੀ ਠੰਡ ਪੈ ਜਾਵੇ ਮਨ ਨੂੰ। ਮਹਾਂਪੁਰਖ ਕਹਿੰਦੇ ਇਹ ਦੱਸ ਵੀ ਤੂੰ ਮੁਸਲਮਾਨੀ ਮੁਤਾਬਕ ਆਪਣੇ ਧਰਮ ਮੁਤਾਬਕ ਉਪਦੇਸ਼ ਲੈਣਾ ਚਾਹੁੰਦਾ, ਜਾਂ ਅਸੀਂ ਆਪਣੀ ਜਿੱਦਾਂ ਸਾਨੂੰ ਲੱਗਦਾ ਆਪਣੀ ਮੱਤ ਅਨੁਸਾਰ ਤੈਨੂੰ ਦੇ ਦਈਏ ਉਪਦੇਸ਼? ਕਿਹੋ ਜਿਹਾ ਉਪਦੇਸ਼ ਲੈਣਾ, ਕਿੱਦਾਂ, ਕਿਹੜੀ ਮੱਤ ਅਨੁਸਾਰ? ਕਹਿੰਦਾ ਮਹਾਂਪੁਰਖੋ ਮੈਨੂੰ ਤਾਂ ਠੰਡ ਪੈਣੀ ਚਾਹੀਦੀ ਹੈ ਅੰਦਰ, ਮੈਨੂੰ ਸ਼ਾਂਤੀ ਆਉਣੀ ਚਾਹੀਦੀ ਹੈ, ਮੇਰਾ ਮਨ ਟਿਕਣਾ ਚਾਹੀਦਾ। ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਜਿੱਦਾਂ ਮਰਜ਼ੀ ਉਪਦੇਸ਼ ਦੇ ਦਿਓ, ਮੈਨੂੰ ਕੋਈ ਜ਼ਰੂਰੀ ਨਹੀਂ ਵੀ ਮੇਰੇ ਧਰਮ ਵਿੱਚ ਹੀ ਦਿਓ, ਜਿਵੇਂ ਤੁਹਾਨੂੰ ਚੰਗਾ ਲੱਗੇ ਦੇ ਦਿਓ ਉਪਦੇਸ਼। ਅਤੇ ਮਹਾਂਪੁਰਖਾਂ ਸੋਚਿਆ ਵੀ ਇਹ ਸ਼ਰ੍ਹਾ 'ਚ ਨਹੀਂ ਵੱਜਾ, ਇਹ ਆਜ਼ਾਦ ਹੈ। ਮਹਾਂਪੁਰਖ ਖੁਸ਼ ਹੋਏ, ਕਹਿਣ ਲੱਗੇ ਪ੍ਰੇਮੀਆਂ ਜਿੱਥੇ ਬਹੁਤੀਆਂ ਵੱਡੀਆਂ ਢੀਮਾਂ ਹੋਣ ਨਾ ਪੈਲੀ 'ਚ, ਜਿੱਥੇ ਹਿਸਾਬ ਦੀਆਂ ਹੋਣ ਉੱਥੇ 2 ਬੋਲ ਜੋ ਕੇ ਉਹ ਸੁਹਾਗਾ ਫੇਰ ਦਿੰਦਾ, ਜਿੱਥੇ ਬਹੁਤੀਆਂ ਵੱਡੀਆਂ ਢੀਮਾਂ ਉੱਥੇ 4 ਬੋਲ ਜਾਉਂਦੇ ਆ ਕਿਸਾਨ, ਅਤੇ ਫਿਰ ਉਹਨੂੰ ਵੱਡਾ ਸੁਹਾਗਾ ਪਾ ਕੇ ਢੀਮਾਂ ਨੂੰ ਫੇਂਦੇ ਆ। ਇਸੇ ਤਰ੍ਹਾਂ ਕਲਯੁਗ ਦਾ ਸਮਾਂ ਏ, ਅਤੇ ਹੁਣ ਜਿਹੜੇ ਮਾਨਿਆ ਹੈ ਇਹਨਾਂ ਨੂੰ ਟਿਕਾਉਣ ਵਾਸਤੇ, ਕਿਉਂਕਿ ਇਹ ਜਿਹੜਾ ਮਨ ਹੈ ਨਾ ਇਹਨੂੰ ਟਿਕਾਉਣ ਵਾਸਤੇ ਹੁਣ 4 ਬੋਲਾਂ ਵਾਂਗ ਹੀ ਮਹਾਂਪੁਰਖ ਕਹਿੰਦੇ ਵੀ ਹੁਣ ਤਾਂ ਵੱਡੀ ਕਮਾਈ ਕਰਨੀ ਪੈਂਦੀ ਹੈ। ਕਹਿਣ ਲੱਗਾ ਤੁਸੀਂ ਦੱਸੋ ਜੋ ਕਹੋਗੇ। ਮਹਾਂਪੁਰਖ ਕਹਿੰਦੇ ਵਾਹਿਗੁਰੂ ਦਾ ਸਿਮਰਨ ਕਰਨਾ ਪੈਂਦਾ, ਸਭ ਤੋਂ ਵੱਡਾ ਮੰਤਰ ਹੈ ਇਹ, ਗੁਰਮੰਤਰ ਹੈ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ, ਹਉਮੈ ਦਾ ਨਾਸ ਹੋ ਜਾਂਦਾ, ਹਉਮੈ ਖਤਮ ਹੋ ਜਾਂਦੀ ਹੈ, ਮਨੁੱਖ ਦਾ ਮਨ ਟਿਕ ਜਾਂਦਾ ਹੈ। ਅਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ ਕੋਈ ਨਹੀਂ, ਮੈਨੂੰ ਤੁਸੀਂ ਜੁਗਤੀ ਦਿਓ, ਮੈਂ ਜਪਾਂਗਾ। ਮਹਾਂਪੁਰਖ ਕਹਿੰਦੇ ਪਹਿਲਾਂ ਉੱਚੀ ਉੱਚੀ ਜਾਪ ਕਰਿਆ ਕਰ, ਕੁਝ ਸਮਾਂ ਨਾ ਤੂੰ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਸੁਣਾ ਕੇ ਉੱਚੀ ਉੱਚੀ ਆਵਾਜ਼ ਵਿੱਚ, ਉੱਚੀ ਉੱਚੀ ਆਵਾਜ਼ ਜਦੋਂ ਬੋਲੇਗਾ ਨਾ ਤੇਰੇ ਕੰਨਾਂ ਨੂੰ ਹੋਰ ਕੋਈ ਸੁਣੂ ਨਾ, ਵਾਹਿਗੁਰੂ ਹੀ ਸੁਣੂਗਾ। ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰੇਗਾ, ਤੇਰੇ ਕੰਨਾਂ ਨੂੰ ਵਾਹਿਗੁਰੂ ਹੀ ਸੁਣੂ, ਹੋਰ ਕੁਝ ਸੁਣੂ ਹੀ ਨਾ। ਇੱਦਾਂ ਉੱਚੀ ਉੱਚੀ ਬੋਲ ਕੇ ਆਪਣਾ ਮਨ ਟਿਕਾ ਲੈ। ਜਦੋਂ ਇੱਕ ਵਾਰੀ ਤੇਰੇ ਮਨ ਸੁਣ ਲੱਗ ਪਿਆ ਨਾ, ਫਿਰ ਤੂੰ ਅੱਖਾਂ ਮੀਟ ਲਿਆ ਕਰੀ ਅਤੇ ਨੇਤਰ ਬੰਦ ਕਰਕੇ ਸੁਰਤੀ ਬਿਰਤੀ ਨੂੰ ਬਾਹਰ ਨਹੀਂ ਜਾਣ ਦੇਣਾ, ਸੁਰਤੀ ਬਿਰਤੀ ਟਿਕਾ ਕੇ ਅਤੇ ਫਿਰ ਤੂੰ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦੇਵੀਂ। ਜਦੋਂ ਇੱਦਾਂ ਸਿਮਰਨ ਕਰੇਗਾ ਨਾ, ਵੇਖੀ ਤੇਰਾ ਮਨ ਆਪ ਹੀ ਟਿਕਾਣੇ ਆ ਜਾਵੇਗਾ, ਸ਼ਾਂਤੀ ਆ ਜਾਵੇਗੀ। ਸੋ ਇਹ ਮੰਨ ਕੇ ਉਪਦੇਸ਼ ਮਹਾਂਪੁਰਖਾਂ ਦਾ, ਅਤੇ ਮਹਾਂਪੁਰਖਾਂ ਨੂੰ ਨਮਸਕਾਰ ਕੀਤੀ ਇਹਨੇ, ਉਪਦੇਸ਼ ਲੈ ਕੇ ਵਾਪਸ ਆਪਣੇ ਪਿੰਡ ਚਲੇ ਗਿਆ ਸ਼ਾਹਪੁਰ। ਇਹ ਆਪ ਜੀ ਨੇ ਕੱਲ੍ਹ ਸਰਵਣ ਕੀਤਾ। ਹੁਣ ਅੱਗੇ ਜਿਹੜਾ ਪ੍ਰਸੰਗ ਆ ਰਿਹਾ ਹੈ ਉਹ ਆਪ ਜੀ ਸਰਵਣ ਕਰੋ। ਇਹ ਫਤਿਹ ਦੀਨ। ਸੋ ਇਹ ਮਹਾਂਪੁਰਖਾਂ ਨੂੰ ਆਪਣਾ ਸਿਰ ਨਵਾ ਕੇ ਚਲਿਆ ਗਿਆ ਹੈ। ਜਾ ਕੇ ਇਹਨੇ ਪਹਿਲਾਂ ਤਾਂ ਉੱਚੀ ਉੱਚੀ ਗੁਰਮੰਤਰ ਜਿਹੜਾ ਉਹਨੂੰ ਪੜ੍ਹਨਾ ਸ਼ੁਰੂ ਕੀਤਾ। ਹਾਲੇ ਕਿ ਬਾਕੀ ਮੁਸਲਮਾਨ ਉਹਨੂੰ ਕਾਫਰ ਦੱਸਦੇ ਆ, ਜਿਹੜਾ ਦੂਜੇ ਧਰਮ ਨੂੰ ਜਾਵੇ ਕਹਿੰਦੇ ਕਾਫਰ ਹੈ। ਮੁਸਲਮਾਨ ਇੱਦਾਂ ਕਹਿੰਦੇ ਆ, ਇਹ ਕਿਸੇ ਦੀ ਪਰਵਾਹ ਨਹੀਂ ਕਰਦਾ, ਇਹ ਵਾਹਿਗੁਰੂ 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 ਦਾ ਸਿਮਰਨ ਕਰਦਾ ਹੈ। ਅਤੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਕਰਦਿਆਂ ਕੁਝ ਸਮਾਂ ਇੱਦਾਂ ਕਰਕੇ ਬਾਅਦ ਨੇਤਰ ਬੰਦ ਕਰਕੇ ਕਰਨ ਲੱਗ ਪੈਂਦਾ ਹੈ। ਕੋਸ਼ਿਸ਼ ਕਰੋ ਸਾਰੇ ਜਾਣੇ ਜਿਹੜੇ ਆਪੋ ਆਪਣੀ ਸੁਰਤੀ ਬਿਰਤੀ ਨੂੰ ਟਿਕਾ ਕੇ ਨਾ, ਕਿਤੇ ਵੀ ਇਕਾਂਤ ਵਿੱਚ ਬਹਿ ਕੇ ਪਹਿਲਾਂ ਥੋੜ੍ਹਾ ਚਿਰ ਉੱਚੀ ਉੱਚੀ ਕਰੋ ਵਾਹਿਗੁਰੂ ਵਾਹਿਗੁਰੂ, ਸਾਸ ਗਰਾਸ ਜਪਣਾ ਇਹਨੂੰ, ਅਤੇ ਉਦੋਂ ਬਾਅਦ ਵਿੱਚ ਆਪਣੇ ਨੇਤਰ ਜਿਹੜੇ ਅੱਖਾਂ ਨੂੰ ਬੰਦ ਕਰ ਲੈਣਾ ਅਤੇ ਮਨ ਨੂੰ ਟਿਕਾ ਲੈਣਾ। ਜਿਹੜੀ ਆਪਣੀ ਸੁਰਤੀ ਹੈ ਨੱਕ ਦੀ ਜਿਹੜੀ ਆ ਨੋਕ ਇਹਦੇ ਉੱਤੇ ਟਿਕਾਉਣੀ ਹੈ, ਅਤੇ ਉਦੋਂ ਫਿਰ ਸਿਮਰਨ ਕਰਨਾ ਮਨ ਨੂੰ ਟਿਕਾ ਕੇ, ਹੋਰ ਕੋਈ ਵੀ ਖਿਆਲ ਨਾ ਬਾਹਰੋਂ ਆਵੇ। ਇੱਦਾਂ ਕਰਕੇ ਇਹ ਅਭਿਆਸ ਹੁੰਦਾ ਹੈ। ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਨਾ ਸਵੇਰੇ, ਪਾਠ ਜਪਜੀ ਸਾਹਿਬ ਦਾ ਕਰਨ ਦੇ ਹੁੰਦੇ ਆ ਅਤੇ ਮਨ ਪਤਾ ਨਹੀਂ ਕਿੱਥੇ ਗਿਆ ਹੁੰਦਾ। ਪਾਠ ਸਾਰਾ ਹੋ ਜਾਂਦਾ ਅਤੇ ਮਨ ਨਹੀਂ ਕਰਦਾ, ਮਨ ਪਤਾ ਨਹੀਂ ਕਿੱਥੇ ਘੁੰਮਦਾ ਰਹਿੰਦਾ।
ਜਦੋਂ ਪਾਠ ਕਰਦੇ ਉਦੋਂ ਸੋਚਿਓ ਪਾਠ ਤਾਂ ਆਪਾਂ ਗੁਟਕੇ ਸਾਹਿਬ ਤੋਂ ਕਰਨ ਡਏ ਆ, ਅਤੇ ਮਨ ਕਿੱਥੇ ਗਿਆ? ਉਹ ਪਤਾ ਨਹੀਂ ਪਿੰਡ ਗਿਆ ਹੋਣਾ ਕਿ ਦੂਜੇ ਪਿੰਡ ਗਿਆ ਹੋਣਾ, ਕਿੱਥੇ ਧਿਆਨ ਹੋਣਾ। ਆਪਾਂ ਪਾਠ ਕਰ ਦਿੰਦੇ ਹਾਂ, ਫਿਰ ਆਪਾਂ ਕਹਿੰਦੇ ਹਾਂ ਵੀ ਰੋਜ਼ ਹੀ ਕਰਦੇ ਪਾਠ ਆਪਾਂ, ਪਰ ਰੋਜ਼ ਹੀ ਆਪਣਾ ਮਨ ਕਿਤੇ ਨਾ ਕਿਤੇ ਘੁੰਮ ਰਿਹਾ ਹੁੰਦਾ। ਇਹ ਪਾਠ ਵਿੱਚ ਮਨ ਨਹੀਂ ਹੁੰਦਾ। ਜਿਹੜੇ ਸਾਧੂ ਆ ਨਾ, ਉਹਨਾਂ ਦੇ ਕੋਲ ਇਹਨੂੰ ਟਿਕਾਉਣ ਦਾ, ਮਨ ਨੂੰ ਇਕਾਗਰਤਾ ਵਿੱਚ ਲਿਆਉਣ ਦੇ ਜੁਗਤੀਆਂ ਹੁੰਦੀਆਂ। ਆਪਾਂ ਸਵੇਰੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ, ਇੱਕ ਓਅੰਕਾਰ ਤੋਂ ਪੜ੍ਹਨ ਲੱਗ ਪਏ। ਮਨ ਵਿੱਚ ਰੱਖਣਾ ਪਾਠ ਦੇ ਵੀ ਅਸੀਂ ਪਾਠ ਕਰਨ ਡਏ ਹਾਂ। ਹੁਣ ਇਹ ਵੇਖਣਾ ਵੀ ਕਿਤੇ ਜਾ ਕੇ ਤਾਂ ਆਪਣਾ ਮਨ ਵਿੱਚੋਂ ਬਾਹਰ ਨਿਕਲ ਜਾਣਾ, ਉਹ ਤੋਂ ਫਿਰ ਵਾਪਸ ਆ ਜਾਓ। ਜਿੱਥੋਂ ਕੋ ਮਨ ਨਿਕਲਿਆ ਨਾ ਉੱਥੇ ਫਿਰ ਵਾਪਸ ਆ ਜਾਓ, ਫਿਰ ਉੱਥੋਂ ਸ਼ੁਰੂ ਕਰੋ। ਫਿਰ ਮਨ ਨੂੰ ਵਿੱਚ ਰੱਖ ਕੇ ਧਿਆਨ ਰੱਖਣਾ ਵੀ ਮਨ ਵਿੱਚ ਹੀ ਰਵੇ ਮੇਰਾ। ਪਾਠ ਕਰੀ ਜਾਓ ਕਰੀ ਜਾਓ, ਕਰਦਿਆਂ ਕਰਦਿਆਂ ਫਿਰ ਕਿਸੇ ਵੇਲੇ ਉਹ ਮੱਤੇ ਪੜਦਾ ਜਿਹਾ ਪੈ ਜਾਂਦਾ, ਮਨ ਫਿਰ ਭੱਜ ਜਾਂਦਾ। ਜਦੋਂ ਪਤਾ ਲੱਗਾ ਮਨ ਫਿਰ ਬਾਹਰ ਹੋ ਗਿਆ, ਸੋਚੋ ਵੀ ਮੇਰਾ ਕੀਤਾ ਜੇ ਕੰਮ ਨਹੀਂ, ਚਲੋ ਫਿਰ ਵਾਪਸ। ਇੱਦਾਂ ਕਰਕੇ ਰੋਜ਼ ਅਭਿਆਸ ਕਰੋ, ਜਿੰਨੇ ਵੀ ਮਨ ਨੂੰ ਟਿਕਾ ਕੇ ਪਾਠ ਕਰਨਾ। ਜੇ ਚਾਹੁੰਦੇ ਹੋ ਨਾ ਮਨ ਪਾਠ ਕਰੇ, ਮਨ ਵਿੱਚ ਰਹਿ ਕੇ ਪਾਠ ਕਰੇ, ਇਹ ਜੁਗਤੀ ਹੈ। ਉੱਦਾਂ ਤਾਂ ਆਪਾਂ ਕਰਦੇ ਹਾਂ ਪਾਠ ਆਪਾਂ ਮੰਜੇ 'ਤੇ ਬੈਠੇ ਕਰਦੇ ਹੁੰਦੇ ਹਾਂ, ਸੁਰਤੀ ਟਾਂਗਰੇ ਗਈ ਹੁੰਦੀ ਹੈ। ਉਹਨੂੰ ਸੁਰਤ ਨੂੰ ਟਾਂਗ ਰਹੇ ਹੋ, ਫਿਰ ਇੱਥੇ ਲਿਆਓ ਆਪਣੇ ਕੋਲ ਹੀ, ਫਿਰ ਪਾਠ ਦੇ ਵਿੱਚ ਪਿਛਾਂਹ ਹੋ ਜਾਓ ਵੀ ਇੱਥੇ ਮੇਰੀ ਸੁਰਤੀ ਉਖੜ ਗਈ, ਫਿਰ ਵਾਪਸ ਆ ਜਾਓ, ਉੱਥੋਂ ਸ਼ੁਰੂ ਕਰੋ। ਇਹ ਇੱਦਾਂ ਕਰੋਗੇ ਤਾਂ ਸਾਰੇ ਜਪਜੀ ਸਾਹਿਬ ਦਾ ਪਾਠ ਪੂਰਾ ਕਰੋ, ਅਤੇ ਇੱਦਾਂ ਮਨ ਵਿੱਚ ਰੱਖ ਕੇ ਕਰੋ, ਭਾਵੇਂ ਕਿੰਨਾ ਚਿਰ ਮਰਜ਼ੀ ਲੰਘ ਜਾਵੇ। ਰੋਜ਼ ਇੱਦਾਂ ਕਰੋਗੇ ਨਾ ਵੀ ਜਦੋਂ ਮਨ ਬਾਹਰ ਚੱਲ ਜਾਏ ਫਿਰ ਪਿਛਾਂਹ ਆ ਜਾਓ। ਜਿੱਥੋਂ ਕੁ ਮਨ ਬਾਹਰ ਗਿਆ ਉੱਥੋਂ ਪਿੱਛੋਂ ਲੱਗ ਜਾਓ, 2 ਪੌੜੀਆਂ ਹੋਰ ਪਿੱਛੋਂ ਲੱਗੋ। ਨਹੀਂ ਪਤਾ ਲੱਗਦਾ ਤਾਂ ਹੋਰ ਪਿੱਛੇ ਚੱਲ ਜਾਓ, ਭਾਵੇਂ ਸ਼ੁਰੂ ਦੋਹਰੇ ਕਰ ਲਓ। ਜਿੰਨਾ ਚਿਰ ਮਨ ਵਿੱਚ ਟਿਕਦਾ ਨਹੀਂ ਨਾ, ਉਹਨਾਂ ਚਿਰ ਉਹ ਕੋਸ਼ਿਸ਼ ਉਹ ਜਾਰੀ ਰੱਖੋ। ਇੱਦਾਂ ਰੋਜ਼ ਕੋਸ਼ਿਸ਼ ਕਰੋ। ਇੱਕ ਦਿਨ ਐਸਾ ਹੋਵੇਗਾ ਵੀ ਜਦੋਂ ਪਾਠ ਕਰੋਗੇ ਮਨ ਬਾਹਰ ਨਹੀਂ ਜਾਵੇਗਾ, ਟਿਕ ਕੇ ਹੀ ਪਾਠ ਕਰੇਗਾ। ਪਰ ਇਹਨੂੰ ਰੋਜ਼ ਕਰੀ ਜਾਓਗੇ ਤਾਂ ਫਿਰ ਇਹ ਜਿਹੜਾ ਨਾ ਮਨ ਨੇ ਟਿਕ ਜਾਣਾ। ਉਦੋਂ ਜਦੋਂ ਮਨ ਟਿਕਾ ਕੇ ਵਿੱਚ ਲਾ ਕੇ ਪਾਠ ਕਰਨ ਲੱਗੇ ਨਾ, ਫਿਰ ਤੁਹਾਨੂੰ ਆਨੰਦ ਵੀ ਆਉਣਾ, ਰਸ ਵੀ ਆਉਣਾ ਸ਼ੁਰੂ ਹੋ ਜਾਣਾ, ਆਨੰਦ ਵੀ ਆਉਣਾ ਸ਼ੁਰੂ ਹੋ ਜਾਣਾ, ਅਤੇ ਬਰਕਤਾਂ ਵੀ ਅਕਾਲ ਪੁਰਖ ਦੀਆਂ ਜਿਹੜੀਆਂ ਉਹ ਵਰਸਣ ਲੱਗ ਪੈਣੀਆਂ। ਹਾਲੇ ਆਪਾਂ ਕਰਦੇ ਹਾਂ, ਪਰ ਵਿੱਚ ਆਪਣੀ ਸੁਰਤੀ ਬਿਰਤੀ ਨਹੀਂ ਹੁੰਦੀ। ਗੱਲ ਜਿਹੜੀ ਉਹ ਸੁਰਤੀ ਦੀ ਹੈ। ਜਿੰਨਾ ਚਿਰ ਇਹ ਮੇਲ ਨਹੀਂ ਨਾ ਹੁੰਦਾ ਸੁਰਤੀ ਦਾ ਸ਼ਬਦ ਦੇ ਨਾਲ, ਜਿਹੜਾ ਸ਼ਬਦ ਬੋਲਦੇ ਹਾਂ ਆਪਾਂ ਮੂੰਹ 'ਚੋਂ ਕਹਿ ਰਹੇ ਹਾਂ, ਉਹਦੇ ਵਿੱਚ ਮਨ ਹੋਵੇ। ਆਪਾਂ ਮੂੰਹ ਨਾਲ ਸ਼ਬਦ ਬੋਲੀ ਜਾਂਦੇ ਹਾਂ, ਸੁਰਤ ਜਿਹੜੀ ਅੰਦਰਲੀ ਹੈ, ਕਿਉਂਕਿ ਮਨ ਸੁਣਦਾ ਹੈ ਨਾ। ਇਹ ਮਨ ਜਿਹੜਾ ਹੈ ਇਹ ਮੇਨ ਹੈ ਆਪਣਾ, ਹੱਥ ਹੈ ਆਪਣੇ। ਆਹ ਹੱਥਾਂ ਦੇ ਨਾਲ ਆਪਾਂ ਬਰਫੀ ਦਾ ਪੀਸ ਫੜਿਆ ਹੈ, ਬਰਫੀ ਦਾ ਪੀਸ ਫੜਿਆ, ਉਹਨੂੰ ਮੂੰਹ 'ਚ ਪਾਇਆ ਹੈ, ਮੂੰਹ 'ਚ ਪਾ ਕੇ ਉਹਨੂੰ ਖਾ ਗਏ। ਉਹਦਾ ਰਸ ਕਿਹਨੇ ਲਿਆ? ਹੱਥ ਨੇ ਥੋੜ੍ਹਾ ਲਿਆ, ਹੱਥ ਨੇ ਚੁੱਕਿਆ ਹੀ ਆ, ਹੱਥ ਨੂੰ ਤਾਂ ਕੋਈ ਪਿਆ ਫਰਕ। ਮੂੰਹ ਨੇ ਕੀ ਕੀਤਾ? ਮੂੰਹ ਨੇ ਉਹਨੂੰ ਖਾਧਾ ਵਾ, ਅਤੇ ਜੀਭ ਰਾਹੀਂ ਸਵਾਦ ਜਿਹੜਾ ਉਹ ਮਨ ਨੇ ਲਿਆ। ਇਸ ਕਰਕੇ ਉਹ ਜੋ ਕੁਝ ਵੀ ਆ, ਇਹ ਹੈਡ ਜਿਹੜਾ ਵਾ ਉਹ ਹੈਗਾ ਮਨ ਹੀ। ਹੁਣ ਪਲੇਟ ਹੈ, ਪਲੇਟ 'ਚ ਮਠਿਆਈ ਪਈ ਹੈ, ਪਲੇਟ ਨੂੰ ਥੋੜ੍ਹਾ ਕੋਈ ਅਸਰ ਹੋਇਆ, ਅਤੇ ਜਿਹੜੇ ਚਮਚੇ ਨਾਲ ਖਾਧਾ ਨਾ ਕੋਈ ਚਮਚੇ ਨੂੰ ਅਸਰ ਹੋਇਆ, ਨਾ ਹੱਥ ਨੂੰ ਹੋਇਆ, ਮੂੰਹ 'ਚ ਪਾਇਆ ਨਾ ਉਹਨੂੰ, ਅਤੇ ਮੂੰਹ ਦੇ ਵਿੱਚ ਆਪਣਾ ਉਹਨੂੰ ਸਵਾਦ ਆਇਆ ਹੈ, ਪਰ ਸਵਾਦ ਲਿਆ ਕਿੰਨੇ? ਮਨ ਨੇ ਲਿਆ ਹੈ। ਇਸੇ ਤਰ੍ਹਾਂ ਆਪਣਾ ਹੱਥ ਹੈ, ਇਹਦੇ ਨਾਲ ਆਪਾਂ ਕੋਈ ਚੀਜ਼ ਵੀ ਚੁੱਕਦੇ ਹਾਂ, ਜਿੰਨਾ ਮੂੰਹ 'ਚ ਪਾਉਂਦੇ ਹਾਂ, ਜਿਹੜਾ ਆਨੰਦ ਉਹ ਕਿਹਨੂੰ ਆਉਂਦਾ? ਮਨ ਨੂੰ। ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਨ ਵਾਲਾ ਹੈ ਨਾ, ਉਹ ਨਸ਼ਾ ਕਰਦਾ ਹੈ, ਅਤੇ ਉਹ ਵੀ ਕਾਹਦੇ ਵਾਸਤੇ? ਸਵਾਦ ਕਿਹਨੂੰ ਆਉਂਦਾ? ਮਨ ਨੂੰ ਆਉਂਦਾ ਹੈ। ਗੁਰਬਾਣੀ ਪੜ੍ਹਨ ਵਾਲਾ ਜਿਹੜਾ ਗੁਰਬਾਣੀ ਪੜ੍ਹਦਾ ਏ, ਉਹ ਮੂੰਹ ਦੇ ਨਾਲ ਕਹਿ ਰਿਹਾ ਹੈ ਨਾ, ਪਰ ਜਦੋਂ ਮਨ ਨੂੰ ਵਿੱਚ ਲਿਆਵੇਗਾ ਉਹ ਸਵਾਦ ਮਨ ਨੂੰ ਆਵੇਗਾ। ਉਹ ਵੀ ਸਵਾਦ ਮਨ ਨੂੰ ਆਉਣਾ ਚਾਹੀਦਾ, ਕਿਉਂ? ਸੁਰਤੀ ਜਿਹੜੀ ਟਿਕੀ ਰਵੇ ਤਾਂ ਸਵਾਦ ਉਹ ਆਨੰਦ ਮਨ ਨੂੰ ਫਿਰ ਜਿਹੜਾ ਉਹ ਆਵੇ ਨਾ, ਫਿਰ ਮਨ ਟਿਕ ਜਾਂਦਾ ਹੈ। ਅਤੇ ਜਦੋਂ ਮਨ ਵਿੱਚੋਂ ਭੜਕੀ ਗਿਆ, ਕਿਸੇ ਬੰਨੇ ਨਿਕਲੀ ਗਿਆ, ਸੋ ਇੱਦਾਂ ਜਿਹੜੇ ਮਹਾਂਪੁਰਖ ਆ ਨਾ, ਇਹ ਜੁਗਤੀਆਂ ਦੱਸਦੇ। ਸਿਮਰਨ ਵੀ ਇੱਦਾਂ ਹੀ ਕਰਨਾ, ਜਿੰਨਾ ਚਿਰ ਵਾਹਿਗੁਰੂ ਵਾਹਿਗੁਰੂ ਉਹ ਮਨ ਟੇਕੇ ਕਰੇ। ਜੇ ਮਨ ਟੇਕੇ ਕਰਾਂਗੇ ਤਾਂ ਉਹ ਆਪਣਾ ਜਿਹੜਾ ਪੜ੍ਹਿਆ ਸਫਲ ਹੈ। ਅਤੇ ਜੇ ਫਿਰ ਆਪਾਂ ਉਹਨੂੰ ਕੇਵਲ ਪਹਿਲਾਂ ਪੜ੍ਹੀ ਜਾਂਦੇ ਹਾਂ ਅਤੇ ਮਨ ਦੇ ਨਾਲ ਕਿਤੇ ਮਨ ਹੋਰ ਤੁਰਿਆ ਫਿਰਦਾ,
ਤੇ ਉਹ ਪੜ੍ਹਨ ਦਾ ਆਪਾਂ ਨੂੰ ਉਹਨਾਂ ਲਾਭ ਨਹੀਂ ਹੁੰਦਾ, ਉਹ ਕੇਵਲ ਆਪਾਂ ਮੂੰਹ ਨਾਲ ਪੜ੍ਹਦੇ ਹਾਂ। ਅਤੇ ਮਹਾਂਪੁਰਖਾਂ ਨੇ ਕਿਹਾ ਨਾ, ਕਹਿੰਦੇ ਵੀ ਬਹੁਤਾ ਵਿਖਾਵਾ ਨਾ ਕਰੀ ਫਤਿਹ ਦੀਨ ਨੂੰ, ਕਹਿੰਦੇ ਵੀ ਬੜਾ ਵਿਖਾਵਾ ਨਾ ਕਰੀ। ਜਿਹੜੀ ਚੀਜ਼ ਜਿਹੜੀ ਫਸਲ ਬੀਜੀਏ ਅਤੇ ਬੀਜ ਧਰਤੀ ਦੇ ਵਿੱਚ ਦੱਬਿਆ ਜਾਵੇ, ਉਹ ਉੱਗਦਾ, ਜਿਹੜੇ ਉੱਤੇ ਪਏ ਉਹ ਦਿਖਦੇ ਆ, ਪਰ ਦਿਖਣ ਵਾਲੇ ਜਿਹੜੇ ਉਹ ਉੱਗਦੇ ਨਹੀਂ। ਉਹ ਇਸ ਕਰਕੇ ਬਹੁਤਾ ਵਿਖਾਵਾ ਨਹੀਂ ਕਰਨਾ, ਇਹਨੂੰ ਕੇਵਲ ਜਪਣਾ ਵਾ, ਵਿਖਾਵੇ ਵਾਸਤੇ ਨਹੀਂ ਕਰਨਾ ਵੀ ਮੈਂ ਤਾਂ ਬੜਾ ਸਿਮਰਨ ਕਰਨ ਵਾਲਾ, ਵੀ ਲੋਕ ਸਮਝਣ ਵੀ ਇਹ ਬੜੀ ਬੰਦਗੀ ਵਾਲਾ, ਬੜਾ ਭਗਤੀ ਵਾਲਾ, ਬੜਾ ਸਿਮਰਨ ਕਰਦਾ, ਉਹ ਲੋਕ ਸਮਝਣ। ਇਹ ਕੰਮ ਨਹੀਂ ਕਰਨਾ। ਜੇ ਪ੍ਰਮਾਤਮਾ ਨਾਲ ਮੇਲ ਕਰਨਾ, ਜੇ ਪ੍ਰਮਾਤਮਾ ਨੂੰ ਅੰਗ ਸੰਗ ਜਾਣਨਾ, ਤਾਂ ਫਿਰ ਇਹ ਲੋਕ ਵਿਖਾਵਾ ਨਹੀਂ ਕਰਨਾ। ਸੋ ਇਹ ਮਹਾਂਪੁਰਖਾਂ ਨੇ ਉਹਨੂੰ ਉਪਦੇਸ਼ ਦਿੱਤਾ ਸੀ। ਕੁਝ ਸਮਾਂ ਉਹਨੇ ਇੱਦਾਂ ਹੀ ਕੀਤਾ। ਤਕਰੀਬਨ ਉਹ ਰੋਜ਼ ਸਿਮਰਨ ਕਰਦਾ, ਅਤੇ ਉਹਦੇ ਨਾ 3-4 ਸਾਲ ਇੱਦਾਂ ਲੰਘ ਕੇ ਸਿਮਰਨ ਕਰਦੇ ਲਗਾਤਾਰ ਹੀ। ਅਤੇ ਫਿਰ ਉਹ ਥੋੜ੍ਹੇ ਸਮੇਂ ਬਾਅਦ ਮਹਾਂਪੁਰਖਾਂ ਕੋਲ ਆ ਜਾਂਦਾ ਸੀਗਾ। ਉਹ ਇੱਦਾਂ ਕਰਦਾ ਰਿਹਾ, 3-4 ਸਾਲ ਲਗਾਤਾਰ ਕਰਦਾ ਰਿਹਾ ਸਿਮਰਨ ਪਹਿਲਾਂ ਉਹ। ਪਰ ਉਹ ਜਦੋਂ ਕਦੀ 2 ਮਹੀਨੇ ਆ ਜਾਂਦਾ ਮਹਾਂਪੁਰਖਾਂ ਕੋਲ, ਉੱਤੇ ਦੀ 3 ਮਹੀਨਿਆਂ ਬਾਅਦ ਆ ਜਾਂਦਾ। ਆਉਂਦਾ, ਆ ਕੇ ਮਹਾਂਪੁਰਖਾਂ ਨੂੰ ਦੱਸਦਾ ਕਿ ਮਹਾਂਪੁਰਖੋ ਵੀ ਮੈਨੂੰ ਬੜਾ ਆਨੰਦ ਆਇਆ ਏ ਸਿਮਰਨ ਕਰਨ ਦਾ, ਮੈਨੂੰ ਬੜਾ ਆਨੰਦ ਆਇਆ, ਮੈਨੂੰ ਹੁਣ ਆਨੰਦ ਆਉਣਾ ਸ਼ੁਰੂ ਹੋ ਗਿਆ ਏ। ਮਹਾਂਪੁਰਖੋ ਮੈਨੂੰ ਹੁਣ ਆਹ ਆਨੰਦ ਆਉਂਦਾ, ਮੈਨੂੰ ਹੁਣ ਆਹ ਕੁਝ ਹੁੰਦਾ। ਉਹ ਮਹਾਂਪੁਰਖਾਂ ਨੂੰ ਦੱਸਦਾ ਵਾ ਵੀ ਸਿਮਰਨ ਕਰਨ ਦੇ ਨਾਲ ਮੈਨੂੰ ਆਹ ਕੁਝ ਬਰਕਤਾਂ ਆਉਂਦੀਆਂ। ਨਵੇਂ ਸਿਰਿਓਂ ਮਹਾਂਪੁਰਖ ਫਿਰ ਹੋਰ ਸਮਝਾਉਂਦੇ ਆ, ਹੋਰ ਪ੍ਰੇਮ ਨਾਲ ਦੱਸਦੇ ਆ ਉਹਨੂੰ, ਇੱਦਾਂ ਉਹ ਆਉਂਦਾ ਜਾਂਦਾ ਰਹਿੰਦਾ ਏ। ਸੋ ਸੰਤ ਬਾਬਾ ਗੁਰਬਖਸ਼ ਸਿੰਘ ਜੀ ਹੁਣ ਜੱਬੋਵਾਲ ਵਿੱਚ ਰਹਿੰਦੇ ਹੋਏ ਆ, ਇੱਦਾਂ ਸਮਾਂ ਬਤੀਤ ਕਰ ਰਹੇ ਆ। ਅਤੇ ਜੱਬੋਵਾਲੀਆਂ ਨੇ ਆਪਣੇ ਪ੍ਰੇਮ ਦੇ ਜਾਲ ਵਿੱਚ ਮਹਾਂਪੁਰਖਾਂ ਨੂੰ ਫਸਾ ਲਿਆ। ਹੈਗੇ ਉਹ ਆਜ਼ਾਦ ਪੰਛੀ ਸੀ, ਉਹ ਕਿਤੇ ਪੱਕੇ ਟਿਕਣ ਵਾਲੇ ਨਹੀਂ ਸੀ, ਇੱਥੇ ਰਹਿਣ ਵਾਲੇ ਨਹੀਂ ਸੀਗੇ। ਪਰ ਸੰਗਤਾਂ ਨੇ ਪ੍ਰੇਮ ਹੀ ਇੰਨਾ ਕੀਤਾ ਕਿ ਮਹਾਂਪੁਰਖ ਹੁਣ ਇੱਥੇ ਰਹਿਣ ਲੱਗ ਪਏ ਆ। ਸੋ ਹੁਣ ਇੱਕ ਅਰਸੇ ਦੇ ਅੰਦਰ ਜਿਹੜਾ ਫਤਿਹ ਦੀਨ ਹੈ ਨਾ, ਉਹਨੂੰ ਸਿਮਰਨ ਕਰਦਿਆਂ ਸ਼ਾਂਤੀ ਆ ਗਈ। ਇੱਕ ਅਰਸੇ ਦੇ ਵਿੱਚ ਹੀ ਉਹਦਾ ਮਨ ਟਿਕ ਗਿਆ, ਕਿਉਂ ਸੱਚਾ ਸੀ ਉਹ ਸੱਚੇ ਮਨ ਦਾ ਸੀ। ਸੱਚੇ ਮਨ ਨਾਲ ਉਹ ਸਿਮਰਨ ਕਰਦਾ ਰਿਹਾ, ਉਹਦਾ ਮਨ ਟਿਕ ਗਿਆ, ਸ਼ਾਂਤੀ ਆ ਗਈ ਹੈ। ਸੋ ਹੁਣ ਬਹੁਤ ਹੱਦ ਤੱਕ ਜਿਹੜਾ ਨਾ ਉਹਨੂੰ ਟਿਕਾਓ ਪ੍ਰਾਪਤ ਹੋ ਚੁੱਕਾ ਏ। ਹੁਣ ਉਹ ਸੰਤ ਜੀ ਦੇ ਸਾਧਨ ਅਤੇ ਸਿਮਰਨ ਵਿੱਚ ਜੁਟ ਚੁੱਕਾ ਏ। ਉਹਦਾ ਫਲ ਸਵਾਦ ਵੀ ਉਹ ਲੈ ਰਿਹਾ ਏ, ਜਿਸ 'ਤੇ ਸੰਤ ਜੀ ਦਾ ਪਹਿਲੇ ਤੋਂ ਵਧੇਰੇ ਸ਼ਰਧਾਲੂ ਹੋ ਗਿਆ। ਹੁਣ ਪਹਿਲਾਂ ਤਾਂ ਆਇਆ ਨਾ, ਹੁਣ ਜਦੋਂ ਉਹਨੂੰ ਆਨੰਦ ਆਉਂਦਾ ਏ, ਉਹਨੇ ਪਤਾ ਲੱਗਾ ਵੀ ਮੈਨੂੰ ਇੱਥੋਂ ਪ੍ਰਾਪਤੀ ਹੋਈ ਹੈ, ਉਹ ਮਹਾਂਪੁਰਖਾਂ ਦਾ ਬੜਾ ਸ਼ਰਧਾਲੂ ਹੋ ਗਿਆ। ਸੋ ਵਿਕ ਚੁੱਕਾ ਏ ਮਹਾਂਪੁਰਖਾਂ 'ਤੇ, ਬੜਾ ਅਦਬ ਸਤਿਕਾਰ ਕਰਦਾ ਏ, ਸਿਰ ਝੁਕਾਉਂਦਾ ਏ ਮਹਾਂਪੁਰਖਾਂ ਕੋਲ। ਜਦੋਂ ਆਉਂਦਾ ਏ, ਇੱਕ ਦਿਨ ਆ ਕੇ ਮਹਾਂਪੁਰਖਾਂ ਦੇ ਕੋਲ ਉਹ ਆਪਣਾ ਸਿਰ ਨਵਾ ਕੇ ਮਹਾਂਪੁਰਖਾਂ ਨੂੰ ਫਤਿਹ ਗਜਾ ਕੇ ਤੇ ਬਹਿ ਗਿਆ ਅਤੇ ਆਖਣ ਲੱਗਾ, ਸੰਤ ਜੀਓ, ਆਪ ਪਾਸ ਆਉਣ ਤੋਂ ਪਹਿਲਾਂ ਜਿਹੜਾ ਮੇਰਾ ਮਨ ਇਹ ਬੜਾ ਹੀ ਭਟਕਦਾ ਰਹਿੰਦਾ ਸੀ, ਇਹਨੂੰ ਸ਼ਾਂਤੀ ਨਹੀਂ ਸੀ ਹੈਗੀ, ਅਤੇ ਦੁੱਖ ਦੇ ਨਾਲ ਹੀ ਭਰਿਆ ਰਹਿੰਦਾ ਸੀਗਾ। ਗ੍ਰਸਤ ਦਾ ਜੀਵਨ ਭੋਗਦੇ ਹੋਇਆਂ ਮੈਂ ਇਹਦੇ ਦੁੱਖਾਂ ਸੁੱਖਾਂ ਤੋਂ ਜਾਣੂ ਹੋ ਚੁੱਕਾ ਸੀਗਾ। ਨਾ ਘਰ ਵਿੱਚ ਮਨ ਨੂੰ ਸ਼ਾਂਤੀ ਸੀ, ਅਤੇ ਨਾ ਘਰ ਛੱਡ ਕੇ ਫਕੀਰ ਹੋ ਜਾਣ ਵਿੱਚ ਹੀ ਕੁਝ ਦਿਸਦਾ ਸੀ। ਮੈਨੂੰ ਕਈ ਐਸੇ ਹਾਜ਼ਰਦਾਰੀ ਦੇ ਫਕੀਰ ਵੀ ਕਹਿੰਦੇ ਮੈਂ ਵੇਖੇ, ਜਿਹੜੇ ਜ਼ਾਹਰ ਫਕੀਰ ਵੀ ਵੇਖੇ ਮੈਂ, ਜਿਹੜੇ ਜੋ ਰੱਬ ਦੇ ਰਾਹ ਤੋਂ ਭਾਵੇਂ ਤੁਰੇ ਹੋਏ ਦਿਸਦੇ ਸਨ, ਪਰ ਉਹ ਭਟਕੇ ਹੋਏ ਸਨ। ਕਹਿਣ ਲੱਗਾ ਮੈਂ ਬੜਿਆਂ ਫਕੀਰਾਂ ਤੋਂ ਗਿਆ, ਬੜਿਆਂ ਸੰਤਾਂ ਤੋਂ ਗਿਆ, ਉਹ ਵੇਖਣ ਨੂੰ ਤਾਂ ਇੰਝ ਲੱਗਦਾ ਸੀ ਜਿੱਦਾਂ ਰੱਬ ਦੇ ਰਾਹ 'ਤੇ ਤੁਰੇ ਹੋਏ ਆ, ਪਰ ਉੱਦਾਂ ਉਹ ਭਟਕੇ ਹੋਏ ਸਨ ਜਿਨ੍ਹਾਂ ਕੋਲ ਮੈਂ ਗਿਆ। ਅਤੇ ਮੈਨੂੰ ਗ੍ਰਸਤ ਦਾ ਜੀਵਨ ਵੀ ਦੁਖਦਾਈ ਦਿਸਦਾ, ਅਤੇ ਮਾਰਫਤ ਦੇ ਬਚਨ ਕਿਸੇ ਤੋਂ ਸੁਣਨ ਵਿੱਚ ਵੀ ਕੁਝ ਜ਼ਿਆਦਾ ਸਵਾਦ ਨਹੀਂ ਸੀ ਆਉਂਦਾ। ਸੋ ਇਸ ਨੇ ਫਿਰ ਕਿਹਾ, ਫਤਿਹ ਦੀਨ ਨੇ, ਕਿ ਮੈਨੂੰ ਕਿਸੇ ਨੇ ਦੱਸਿਆ। ਕਹਿਣ ਲੱਗਾ ਮਹਾਂਪੁਰਖੋ, ਤੁਹਾਡੇ ਆਉਣ ਤੋਂ ਪਹਿਲਾਂ ਦੀ ਗੱਲ ਹੈ, ਮੈਨੂੰ ਕਿਸੇ ਨੇ ਦੱਸਿਆ, ਕੁਝ ਸਾਲ ਪਹਿਲਾਂ ਮੈਨੂੰ ਕਿਸੇ ਨੇ ਦੱਸਿਆ ਵੀ ਜੇ ਤੂੰ ਫਕੀਰ ਸਾਈਂ ਲੱਭਦਾ ਨਾ, ਅਤੇ ਤੈਨੂੰ ਉਹੋ ਜਿਹੇ ਲੱਭਦੇ ਆ, ਕੋਈ ਸੱਚਾ ਨਹੀਂ ਲੱਭਿਆ। ਅਤੇ ਕਰਤਾਰਪੁਰ ਸਾਹਿਬ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸਥਾਨ ਹੈ ਨਾ,
ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ 'ਚ ਹੁਣ ਰਹਿ ਗਿਆ ਹੈ। ਸੋ ਉਹਦੇ ਲਾਗੇ ਰਾਵੀ ਦਰਿਆ ਦੇ ਕੰਢੇ 'ਤੇ ਇੱਕ ਫਕੀਰ ਰਹਿੰਦਾ। ਰਾਵੀ ਦਰਿਆ ਦੇ ਕੰਢੇ 'ਤੇ ਉਹ ਬੜਾ ਕਰਨੀ ਕਮਾਈ ਵਾਲਾ ਹੈ। ਮੈਂ ਉਸ ਪਾਸ ਕਹਿੰਦਾ ਉਦੋਂ ਸੁਣ ਕੇ ਚਲਿਆ ਗਿਆ ਵੀ ਚੱਲ ਉੱਥੋਂ ਹੀ ਖੈਰ ਪੈ ਜੇ। ਉਹਦੇ ਵੱਲ ਮੈਂ ਗਿਆ ਤੇ ਕਹਿਣ ਲੱਗਾ, ਅਜੇ ਮੈਂ 100 ਕਦਮ ਉਦੋਂ ਪਿਛਾਂਹ ਹੀ ਸੀ, ਦੂਰ ਸੀ, ਤੇ ਉਹ ਮੈਨੂੰ ਉੱਚੀ ਉੱਚੀ ਵੇਖ ਕੇ ਤੇ ਉਹ ਕਹਿਣ ਲੱਗ ਪਿਆ ਉਦੋਂ ਹੀ, ਕਹਿੰਦਾ ਖਬਰਦਾਰ ਉਹ ਇੱਧਰ ਨਾ ਆਵੀਂ। 100 ਆਂਦਾ ਮੈਂ ਜੇ ਵੀ 100 ਪੈਰ ਪਿਛਾਂਹ ਹੀ ਸੀ, 100 ਕਦਮ ਅਜੇ ਉਹਦੇ ਨਾਲੋਂ ਕੁਝ ਹਟਵਾਂ ਸੀ। ਉਹ ਦੂਰੋਂ ਦੂਰੋਂ ਵੇਖ ਕੇ ਮੈਨੂੰ ਕਹਿਣ ਲੱਗ ਪਿਆ, ਆਂਦਾ ਜਾ ਚਲਿਆ ਜਾ, ਇੱਧਰ ਨਾ ਆਵੀਂ, ਤੇਰੀ ਖੈਰ ਇੱਧਰ ਨਹੀਂ, ਤੇਰੀ ਖੈਰ ਉੱਧਰ ਹੀ ਆ ਜਿੱਧਰੋਂ ਆਇਆ ਤੂੰ, ਇੱਧਰੋਂ ਨਹੀਂ ਤੈਨੂੰ ਕੁਝ ਮਿਲਣਾ। ਤੇ ਫਤਿਹਦੀਨ ਕਹਿੰਦਾ ਵੀ ਮੈਨੂੰ ਕੁਝ ਸਮਝ ਨਾ ਆਇਆ, ਕੁਝ ਸਮਝ ਨਾ ਸਕਿਆ ਮੈਂ। ਤੇ ਫਿਰ ਕਹਿੰਦਾ ਮੈਂ ਅੱਗੇ ਕਦਮ ਪੁੱਟਿਆ ਵੀ ਗਾਂਹ ਹੋਵਾਂ। ਉਹਨੇ ਫਿਰ ਇਸੇ ਤਰ੍ਹਾਂ ਹੀ ਆਖਿਆ ਫਕੀਰ ਨੇ, ਕਹਿਣ ਲੱਗਾ ਤੇਰੀ ਖੈਰ ਇੱਧਰ ਨਹੀਂ ਹੈ, ਤੇਰੀ ਖੈਰ ਉੱਧਰ ਹੀ ਹੈ, ਪਿੱਛੇ ਨੂੰ ਚਲਾ ਜਾ, ਇੱਧਰ ਮੇਰੇ ਵੱਲ ਗਾਂਹ ਨਾ ਆਵੀਂ, ਇੱਥੋਂ ਹੀ ਪਿਛਾਂਹ ਮੁੜ ਜਾ। ਤੇ ਉਹ ਕਹਿਣ ਲੱਗਾ ਮੈਂ ਜਦੋਂ ਸੁਣਿਆ ਤੇ ਮੈਂ ਸਹਿਮ ਗਿਆ, ਡਰ ਗਿਆ ਤੇ ਪਰਤ ਆਇਆ ਪਿਛਾਂਹ ਨੂੰ ਮੈਂ। ਕਹਿੰਦਾ ਫਿਰ ਦੂਰੀ ਤੱਕ ਜਾ ਕੇ ਬੜਾ ਸੋਚਿਆ ਮੈਂ ਵੀ ਇਹ ਮੈਨੂੰ ਕੀ ਆਖਿਆ ਇਹਨਾਂ ਨੇ, ਐਡਾ ਬਦਕਿਸਮਤ ਮੈਂ ਵੀ ਜੋ ਐਸੇ ਖੁਦਾ ਦੇ ਫਕੀਰ ਆ, ਉਹਨਾਂ ਦੇ ਕਦਮ ਬੋਛੀ ਦਾ ਮੌਕਾ ਵੀ ਨਹੀਂ ਮਿਲਿਆ ਵੀ ਮੈਂ ਉਹਨਾਂ ਦੇ ਜਾ ਕੇ ਚਰਨਾਂ ਨੂੰ ਹੱਥ ਵੀ ਨਹੀਂ ਲਾ ਸਕਿਆ, ਮੈਨੂੰ ਨੇੜੇ ਵੀ ਨਹੀਂ ਆਉਣ ਦਿੱਤਾ। ਫਿਰ ਮੇਰੀ ਐਡੀ ਬਦਕਿਸਮਤੀ ਆ, ਮੈਂ ਐਡਾ ਮਾੜਾ ਵੀ ਮੈਨੂੰ ਲਾਗੇ ਵੀ ਨਹੀਂ ਲਾਇਆ। ਉਹਨਾਂ ਨੇ ਦੂਰੋਂ ਕਹਿਦਾ ਵੀ ਚਲਿਆ ਜਾ ਇੱਥੋਂ, ਵੀ ਤੇਰੀ ਖੈਰ ਉੱਧਰ ਹੀ ਆ, ਇੱਧਰ ਨਾ ਆ। ਕਹਿਣ ਲੱਗਾ ਮੈਨੂੰ ਬੜੀ ਸਖਤ ਉਦਾਸੀ ਛਾ ਗਈ ਅਤੇ ਨਿਰਾਸ਼ਤਾ ਨਾਲ ਭਰਿਆ ਮੈਂ ਘਰ ਨੂੰ ਮੁੜਾ ਵਾਪਸ ਆਇਆ। ਅਤੇ ਸੰਤਾਂ ਨੂੰ ਦੱਸਦਾ ਫਤਿਹਦੀਨ, ਕਹਿੰਦਾ ਕਈ ਦਿਨਾਂ ਤੱਕ ਉਸ ਫਕੀਰ ਦੀ ਸੁਰਤ ਮੇਰੇ ਜਿਹੜੀ ਹੈਗੀ ਨਾ ਸੂਰਤ, ਉਹ ਮੇਰੇ ਚਿਹਰਾ ਸਾਹਮਣੇ ਰਿਹਾ। ਅਤੇ ਜਿਹੜੀਆਂ ਉਹਦੇ ਆਵਾਜ਼ਾਂ ਦਿੱਤੀਆਂ ਨਾ ਚਲਿਆ ਜਾ, ਉਹ ਮੇਰੇ ਕੰਨਾਂ ਨੂੰ ਗੂੰਜਦੀਆਂ ਸੁਣਾਈ। ਕਈ ਦਿਨ ਦਿੰਦੀਆਂ ਰਹੀਆਂ ਵੀ ਜਾ ਚਲਾ ਜਾ, ਤੇਰੀ ਖੈਰ ਇੱਧਰ ਨਹੀਂ ਉੱਧਰ ਹੀ ਹੈ। ਪਰ ਕਹਿੰਦਾ ਕੁਝ ਸਮਝ ਨਾ ਆਏ ਮੈਨੂੰ ਵੀ ਕਿੱਥੇ ਜਾਵਾਂ, ਵੀ ਉੱਧਰ ਜਾਵਾਂ ਕਿੱਥੇ, ਮੈਨੂੰ ਕੁਝ ਨਹੀਂ ਪਤਾ ਲੱਗਿਆ। ਇੱਦਾਂ ਸੋਚਾਂ ਨੂੰ ਸੋਚਦਾ ਚਿੰਤਾ ਵਿੱਚ ਕਈ ਦਿਨਾਂ ਤੋਂ ਡੁੱਬਾ, ਅਤੇ ਕਹਿੰਦਾ ਮੈਂ ਡੋਲਦਾ ਹੀ ਫਿਰਦਾ ਰਿਹਾ। ਹੁਣ ਫਤਿਹਦੀਨ ਨੇ ਦੱਸਿਆ ਕਿ ਇੱਕ ਦਿਨ ਸੰਤ ਜੀ ਆਪ ਜੀ ਦੇ ਡੇਰੇ ਪਾਸੋਂ ਦੀ ਲੰਘਦਿਆਂ ਹੋਇਆਂ ਮੈਂ ਭਾਈ ਛੱਜਾ ਸਿੰਘ ਆਪ ਦੇ ਜਿਹੜੇ ਖਾਦਮੇ ਮੈਨੂੰ ਮਿਲੇ ਆ, ਮੈਂ ਇਹਨਾਂ ਪਾਸ ਅਰਜ਼ ਗੁਜ਼ਾਰੀ ਕਿ ਮੈਨੂੰ ਖੈਰ ਪਾਓ, ਕੋਈ ਮੇਰੀ ਝੋਲੀ ਖੈਰ ਪਾਓ, ਰਹਿਮਤ ਕਰੋ ਮੇਰੇ 'ਤੇ। ਅਤੇ ਇਹਨਾਂ ਨੇ ਮੈਨੂੰ ਗਾੜੀ ਕਿਹਾ ਜੇ ਭਾਈ ਪ੍ਰਸ਼ਾਦਾ ਛਕਣਾ ਪ੍ਰੇਮੀਆਂ ਛਕ ਲੈ, ਹੋਰ ਕੁਝ ਪੁੱਛਣਾ ਤੇ ਉਹ ਸੰਤ ਜੀ ਤੁਹਾਨੂੰ ਮਿਲਣ ਵਾਸਤੇ ਕਿਹਾ। ਸੋ ਇਹ ਆਪ ਜੀ ਦੇ ਕਹਿਣ ਲੱਗਾ ਵੀ ਕਦਮ ਬੋਛੀ ਹੋਣ ਤੋਂ ਪਹਿਲਾਂ, ਵੀ ਤੁਹਾਨੂੰ ਮਿਲਣ ਤੋਂ ਪਹਿਲਾਂ ਇੱਕ ਦਿਨ ਸ਼ਾਮਾਂ ਨੂੰ ਮੈਂ ਆਇਆ। ਹੁਣ ਉਦਣ ਤੇ ਮੈਂ ਚਲਿਆ ਗਿਆ, ਅਗਲੇ ਦੂਜੇ ਦਿਨ ਮੈਂ ਆ ਕੇ ਤੇ ਇਹਨਾਂ ਦੇ ਕਹੇ ਮੁਤਾਬਕ ਆਪ ਜੀ ਨੂੰ ਮਿਲਿਆ। ਅਤੇ ਫਤਿਹਦੀਨ ਆਖਣ ਲੱਗਾ ਹੁਣ ਮੈਂ ਜਿਉਂ-ਜਿਉਂ ਵਾਹਿਗੁਰੂ ਗੁਰਮੰਤਰ ਦੇ ਕਲਮੇ ਦੇ ਸਿਮਰਨ ਨੂੰ ਕਰਦਿਆਂ ਹੋਇਆਂ ਆਨੰਦ ਸਵਾਦ ਮੈਂ ਲੈ ਰਿਹਾ ਨਾ, ਇੰਨਾ ਮੈਨੂੰ ਸਵਾਦ ਆ ਰਿਹਾ, ਮਨ ਵਿੱਚ ਠੰਡ ਵਰਤਦੀ ਰਹਿੰਦੀ ਹੈ। ਅਤੇ ਰਾਵੀ ਕਿਨਾਰੇ ਬੈਠੇ ਉਸ ਜਿਹੜੇ ਫਕੀਰ ਨੇ ਮੈਨੂੰ ਆਵਾਜ਼ ਦਿੱਤੀ ਸੀ ਨਾ ਵੀ ਜਾ ਚਲਿਆ ਜਾ, ਤੇਰੀ ਖੈਰ ਉੱਧਰ ਹੀ ਹੈ, ਉਹਦਾ ਮਤਲਬ ਮੈਨੂੰ ਹੁਣ ਸਮਝ ਆਇਆ ਏ ਕਿ ਮੈਨੂੰ ਜੋ ਉਹਨੇ ਕਿਹਾ ਸੀ ਨਾ, ਮੇਰੀ ਨਿਜਾਤ ਆਪ ਜੀ ਦੇ ਪਾਸ ਸੀ ਅਤੇ ਮੈਨੂੰ ਆਪ ਜੀ ਨੇ ਖੈਰ ਬਖਸ਼ੀ ਹੈ। ਅਤੇ ਕਹਿਣ ਲੱਗਾ ਇਹ 4 ਸਾਲ ਪਹਿਲਾਂ ਦੀ ਗੱਲ ਹੈ ਮਹਾਂਪੁਰਖੋ, ਅੱਜ ਤੋਂ 4 ਸਾਲ ਪਹਿਲਾਂ ਉਹਨੇ ਇਹ ਗੱਲ ਮੈਨੂੰ ਕਹੀ ਸੀ ਸਾਈਂ ਲੋਕ ਨੇ ਵੀ ਤੇਰੀ ਖੈਰ ਉੱਧਰ ਹੀ ਹੈ। ਪਰ ਵੇਖੋ ਮੈਨੂੰ ਆਪ ਜੀ ਦੇ ਪਾਸੋਂ ਇਹ ਖੈਰ ਮਿਲਣੀ ਸੀ। ਹੁਣ ਮੈਨੂੰ ਉਸ ਗੱਲ ਦਾ ਪਤਾ ਲੱਗ ਗਿਆ ਜੋ ਉਹਨੇ ਕਿਹਾ ਸੀ ਵੀ ਤੇਰੀ ਖੈਰ ਉੱਧਰ ਹੀ ਹੈ, ਉਹ ਤੁਹਾਡੇ ਪਾਸੋਂ ਮੈਨੂੰ ਖੈਰ ਤਾਂ ਮਿਲ ਗਈ ਹੈ। ਪਰ ਇਹ ਗੱਲ ਹੈਰਾਨੀ ਵਾਲੀ ਹੈ, ਉਹ ਖੁਦਾ ਪਾਕ ਜਿੰਨਾ ਆਪਣੇ ਪਿਆਰਿਆਂ ਨੂੰ ਐਸੀ ਸਮਝ ਖਰਾਇਤ ਕਰਦਾ ਵੀ ਉਹ ਖੁਦਾ ਪਾਕ ਜਿਹੜਾ ਅੱਲਾਹ ਪਾਕ ਹੈ, ਉਹ ਮੁਸਲਮਾਨ ਫਤਿਹਦੀਨ ਕਹਿੰਦਾ ਵੀ ਇੰਨੀ ਸਮਝ ਦਿੰਦਾ ਆਪਣੇ ਪ੍ਰੇਮੀਆਂ ਨੂੰ ਵੀ
ਵੇਖੋ ਉਹਨੇ 3-4 ਸਾਲ 4 ਸਾਲ ਪਹਿਲਾਂ ਦੀ ਗੱਲ ਮੈਨੂੰ ਉਦੋਂ ਹੀ ਦੱਸ ਦਿੱਤਾ ਕਿ ਤੈਨੂੰ ਖੈਰ ਉੱਧਰੋਂ ਹੀ ਪੈਣੀ ਹੈ, ਮੇਰੇ ਕੋਲ ਨਾ, ਮੇਰੇ ਕੋਲ ਚਲਿਆ ਜਾ। ਹਾਲੇ ਕਿ ਉਹ ਫਕੀਰ ਸਾਈਂ ਸੀ, ਉਹ ਮੁਸਲਮਾਨ ਸੀ। ਜਿਹੜਾ ਇਹ ਰਾਵੀ ਦਰਿਆ ਹੈ ਨਾ, ਇਹਦੇ 'ਤੇ ਹੁਣ ਵੀ ਹੈ ਉਧਰ ਮੁਸਲਮਾਨ ਦੀ ਇੱਕ ਉਧਰ ਜਗ੍ਹਾ ਹੈਗੀ ਵੀ ਆ, ਉੱਧਰੋਂ ਇੱਧਰੋਂ ਲੋਕ ਖੀਰ ਲੈ ਲੈ ਵਿੱਚੋਂ ਦੀ ਲੰਘਦੇ ਆ ਉਸ ਸਮੇਂ ਦੀ, ਇੱਧਰੋਂ ਹੁਣ ਲੈ ਲੈ ਉੱਧਰ ਨੂੰ ਜਾਂਦੇ ਆ। ਉਹ ਕਹਿੰਦਾ ਹੈ ਖੈਰ ਸਾਈਂ ਦੀ ਵੀ ਉਹ ਰੱਬ ਦਾ ਬੰਦਾ ਜਿਹਨੇ 4 ਸਾਲ ਮੈਨੂੰ ਪਹਿਲਾਂ ਹੀ ਕਹਿਤਾ ਹੈਗਾ, ਉਹ ਵੀ ਫਿਰ ਤਾਕਤ ਵਾਲਾ ਸੀ ਜਿਹਨੇ ਮੈਨੂੰ ਦੱਸ ਦਿੱਤਾ। ਪਰ ਮੈਨੂੰ ਖੈਰ ਤੁਹਾਡੇ ਤੋਂ ਪ੍ਰਾਪਤ ਹੋਣੀ ਸੀ, ਮੈਂ ਕਈਆਂ ਪਿੱਛੇ ਗਿਆ ਪਰ ਕਿਤੇੋਂ ਪ੍ਰਾਪਤ ਨਹੀਂ ਹੋਈ, ਜਿਹੜੀ ਤੁਹਾਡੇ ਕੋਲੋਂ ਪ੍ਰਾਪਤ ਹੋਈ ਹੈ। ਸੋ ਇੱਦਾਂ ਐਸੇ ਆਖਦਿਆਂ ਹੋਇਆ ਫਤਿਹਦੀਨ ਜਿਹੜਾ ਨਾ ਉਹ ਪਿਆਰ ਦੇ ਵਿੱਚ ਭਰ ਗਿਆ ਅਤੇ ਸਿਰ ਨੀਵਾਂ ਕਰਕੇ ਫਿਰ ਚੁੱਪ ਕਰਕੇ ਬਹਿ ਗਿਆ ਮਹਾਂਪੁਰਖਾਂ ਦੇ ਕੋਲ। ਅਤੇ ਫਤਿਹਦੀਨ ਦੇ ਐਸੀ ਆਪ ਜਦੋਂ ਬੀਤੀ ਸੁਣਾਈ ਨਾ ਸਾਰੀ, ਇਹਦੀ ਪ੍ਰੇਮ ਦੀ ਵਾਰਤਾ 'ਤੇ ਸਾਫ ਗੋਈ ਨੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦਾ ਮਨ ਵੀ ਪਿਘਲਾ ਦਿੱਤਾ। ਜਦੋਂ ਸਾਰੀ ਗੱਲ ਸੁਣਾਈ ਮਹਾਂਪੁਰਖਾਂ ਦਾ ਮਨ ਵੀ ਪਿਘਲ ਆਇਆ। ਅਤੇ ਇਹ ਵੀ ਕੁਝ ਚਿਰ ਮਗਨ ਹੀ ਰਹੇ ਮਹਾਂਪੁਰਖ ਵੀ, ਅੰਤਰਾਤਮੇ ਦੇ ਨਾਲ ਮਹਾਂਪੁਰਖ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਵਡਿਆਈਆਂ ਨੂੰ ਵਿਚਾਰਿਆ। ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਜੀ ਨੂੰ ਹਿੰਦੂ ਅਤੇ ਮੁਸਲਮਾਨ ਦੋਵੇਂ ਇੱਕੋ ਜਿਹੇ ਰੱਬ ਦੇ ਪੁੱਤਰ ਭਾਸੇ ਸਨ। ਉਹਨਾਂ ਨੇ ਭੁੱਲੇ ਭਟਕੇ ਦੋਵਾਂ ਨੂੰ ਚਰਨੀ ਲਾਇਆ ਅਤੇ ਸਿੱਧੇ ਰਸਤੇ ਪਾਇਆ ਗੁਰੂ ਨਾਨਕ ਸਾਹਿਬ ਜੀ ਨੇ। ਅਤੇ ਮਹਾਂਪੁਰਖ ਅੰਤਰ ਆਤਮੇ ਨਾਲ ਵਿਚਾਰਦੇ ਆ, ਕਹਿੰਦੇ ਹੁਣ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਖਸ਼ਿਆ ਹੋਇਆ ਗੁਰਮੰਤਰ ਦੋਹਾਂ ਉੱਤੇ ਇਹੋ ਇੱਕੋ ਜਿਹਾ ਹੀ ਕੰਮ ਕਰਦਾ, ਭਾਵ ਹਿੰਦੂਆਂ 'ਤੇ ਵੀ, ਸਿੱਖਾਂ 'ਤੇ ਵੀ, ਮੁਸਲਮਾਨਾਂ 'ਤੇ ਵੀ ਗੁਰਮੰਤਰ ਗੁਰੂ ਨਾਨਕ ਸਾਹਿਬ ਦਾ ਬਖਸ਼ਿਆ ਇੱਕੋ ਜਿਹਾ ਹੀ ਰਹਿਮਤਾਂ ਕਰਦਾ। ਜਿਹੜਾ ਗੁਰਮੰਤਰ ਹੈ, ਵਾਹਿਗੁਰੂ ਮੰਤਰ ਹੈ, ਵਾਹਿਗੁਰੂ ਦਾ ਸਿਮਰਨ ਜੇ ਸਿੱਖ ਕਰ ਲਏ ਉਹਨੂੰ ਵੀ ਉਹੀ ਆਨੰਦ ਆਉਂਦਾ। ਇਹ ਮੁਸਲਮਾਨ ਹੈ, ਜੇ ਇਹ ਸਿਮਰਨ ਕਰਦਾ ਅਤੇ ਧੰਨ ਗੁਰੂ ਨਾਨਕ ਸਾਹਿਬ ਤੇਰੀ ਵੱਡੀ ਕਮਾਈ ਹੈ, ਤੇਰੇ ਬਖਸ਼ੇ ਹੋਏ ਗੁਰਮੰਤਰ ਦੇ ਨਾਲ ਇਹਨੂੰ ਵੀ ਉੱਦਾਂ ਹੀ ਸਵਾਦ ਆਉਂਦਾ ਜਿਵੇਂ ਸਾਨੂੰ ਆਉਂਦਾ ਹੈ। ਇਹਦੇ 'ਤੇ ਵੀ ਐਸੀ ਕਿਰਪਾ ਹੋ ਰਹੀ ਹੈ। ਸੋ ਹੁਣ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਇੱਦਾਂ ਵਿਚਾਰਦੇ ਹੋਏ ਥੋੜ੍ਹੇ ਦੇਰ ਚੁੱਪ ਕਰ ਗਏ ਅਤੇ ਮਗਨਤਾ ਦੇ ਪਿੱਛੋਂ ਕੁਝ ਸਮੇਂ ਬਾਅਦ ਵਿਰਾਗ ਭਰੇ ਅਤੇ ਭਿੱਜੇ ਮਨ ਨਾਲ ਫਰਮਾਇਆ, ਭਾਈ ਫਤਿਹਦੀਨ, ਇਹ ਜਿਹੜੀ ਤੂੰ ਕਹਿੰਦਾ ਖੈਰ ਤੈਨੂੰ ਸਾਡੇ ਕੋਲ ਪਈ ਹੈ, ਇਹ ਸਾਡੇ ਕੋਲ ਨਹੀਂ, ਇਹ ਤੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲੋਂ ਇਹ ਖੈਰ ਪਈ ਹੈ। ਅਤੇ ਬਾਕੀ ਮਹਾਂਪੁਰਖ ਕਹਿੰਦੇ ਤੇਰਾ ਆਪਣਾ ਮਨ ਸਾਫ ਸੀ, ਸੋ ਤੂੰ ਨਾ ਤਾਂ ਸ਼ਰਾਬ ਪੀਂਦਾ, ਨਾ ਮਾਸ ਖਾਨਾ ਏ, ਨਾ ਹੋਰ ਕਿਸੇ ਨਸ਼ੇ ਬਦਕਾਰੀ ਤੋਂ ਤੂੰ ਪਾਕ ਪਵਿੱਤਰ ਹੈ, ਤੂੰ ਇਹਨਾਂ ਤੋਂ ਬਚਿਆ ਹੋਇਆ ਏ। ਇਸ ਕਰਕੇ ਤੇਰਾ ਮਨ ਸਾਫ ਹੈ। ਜਿਵੇਂ ਨਿਰਮਲ ਕੱਪੜੇ ਉੱਤੇ ਛੇਤੀ ਤੇ ਸੋਹਣਾ ਰੰਗ ਚੜ੍ਹ ਜਾਂਦਾ ਹੈ ਨਾ, ਸਾਫ ਕੱਪੜਾ ਜਿਹੜਾ ਚਿੱਟਾ ਕੱਪੜਾ ਲਓ ਉਹਦੇ ਉੱਤੇ ਸਾਫ ਕੱਪੜੇ 'ਤੇ ਸੋਹਣਾ ਰੰਗ ਚੜ੍ਹ ਜਾਂਦਾ ਹੈ ਅਤੇ ਬੜੀ ਛੇਤੀ ਚੜ੍ਹ ਜਾਂਦਾ ਹੈ। ਅਤੇ ਜੇ ਪਹਿਲਾਂ ਹੀ ਕੱਪੜਾ ਰੰਗ ਵਾਲਾ ਹੋਵੇ, ਉਹ ਭੜਕੀਲੇ ਰੰਗ ਹੋਣ ਅਤੇ ਉਹਨੂੰ ਰੰਗ ਲਾਉਣਾ ਪਹਿਲਾਂ, ਫਿਰ ਉੱਤੇ ਚੜ੍ਹਾਉਣਾ, ਫਿਰ ਵੀ ਉਹ 'ਚ ਫਰਕ ਪੈ ਜਾਂਦਾ ਹੈ, ਉਹ ਵਧੀਆ ਨਹੀਂ ਚੜ੍ਹਦਾ ਰੰਗ ਉਹਨਾਂ। ਅਤੇ ਮਹਾਂਪੁਰਖ ਕਹਿੰਦੇ ਤੇਰਾ ਮਨ ਸਾਫ ਸੀ, ਅਸੀਂ ਤੈਨੂੰ ਗੁਰੂ ਨਾਨਕ ਦਾ ਉਪਦੇਸ਼ ਦਿੱਤਾ ਏ, ਕਿਰਪਾ ਤੇਰੇ 'ਤੇ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਹੈ, ਪਰ ਤੇਰਾ ਆਪਣਾ ਮਨ ਸਾਫ ਸੀ। ਜਿੱਦਾਂ ਸਾਫ ਕੱਪੜੇ 'ਤੇ ਰੰਗ ਛੇਤੀ ਚੜ੍ਹ ਜਾਂਦਾ ਏ, ਤਿਵੇਂ ਤੇਰੇ ਮਨ ਉੱਤੇ ਸਾਡੇ ਇੱਥੇ ਆ ਕੇ ਸੰਗਤ ਕਰਨ ਦਾ ਰੰਗ ਛੇਤੀ ਚੜ੍ਹ ਗਿਆ ਏ। ਸ੍ਰੀ ਗੁਰੂ ਨਾਨਕ ਸਾਹਿਬ ਜੀ ਮਿਹਰ ਕਰੇ ਅਤੇ ਇਹ ਰੰਗ ਸਵਾਰ ਜਿਹੜਾ ਤੈਨੂੰ ਆ ਰਿਹਾ ਹੈ ਨਾ, ਇਹ ਦਿਨ ਦਿਨ ਦੂਣਾ ਹੋਵੇ। ਐਸਾ ਸੁਣ ਕੇ ਫਤਿਹਦੀਨ ਹੋਰ ਨਿਵਿਆ, ਇਸ ਨੇ ਮਹਾਂਪੁਰਖਾਂ ਨੂੰ ਸਿਜਦਾ ਕੀਤਾ, ਮੱਥਾ ਟੇਕਿਆ, ਇਹ ਨਮਸਕਾਰ ਕੀਤੀ, ਆਗਿਆ ਪਾ ਕੇ ਆਪਣੇ ਘਰ ਨੂੰ ਚਲਿਆ ਗਿਆ। ਉਦੋਂ ਉਪਰੰਤ ਜਦੋਂ ਵੀ ਇਹ ਸੰਤ ਬਾਬਾ ਗੁਰਬਖਸ਼ ਸਿੰਘ ਜੀ ਮਹਾਰਾਜ ਸ਼ਿਮਲੇ ਚਲੇ ਜਾਂਦੇ ਨਾ ਮਹਾਂਪੁਰਖ, ਇੱਥੇ ਗਰਮੀਆਂ ਦੇ ਵਿੱਚ ਰਹਿੰਦੇ ਆ, ਇਹ ਸਿਆਲ ਵਿੱਚ ਅਤੇ ਗਰਮੀਆਂ 'ਚ ਸ਼ਿਮਲੇ ਚੱਲ ਜਾਂਦੇ ਆ। ਜਦੋਂ ਮਹਾਂਪੁਰਖਾਂ ਸ਼ਿਮਲੇ ਜਾਣਾ ਹੁੰਦਾ ਉਦੋਂ ਵੀ ਜਾਣ ਲੱਗਿਆ ਇਹ ਮਿਲਦਾ ਆ ਕੇ, ਅਤੇ ਜਦੋਂ ਮਹਾਂਪੁਰਖ ਸ਼ਿਮਲੇ ਆਉਂਦੇ ਉਦੋਂ ਵੀ ਇਹ ਮਿਲਦਾ ਆ ਕੇ ਮਹਾਂਪੁਰਖਾਂ ਨੂੰ। ਉਹ ਚੇਚਾ ਆ ਕੇ ਫਤਿਹਦੀਨ ਮਿਲਦਾ ਹੈ ਮਹਾਂਪੁਰਖਾਂ ਨੂੰ, ਅਤੇ ਨਾਲ ਦੱਸਦਾ ਜਦੋਂ ਮਹਾਂਪੁਰਖ ਸ਼ਿਮਲੇ ਆਉਂਦੇ ਆ ਨਾ, ਉਸ ਵੇਲੇ ਦੱਸਦਾ ਆਪਣੇ ਮਨ ਦੀ ਸ਼ਾਂਤੀ, ਦੱਸਦਾ ਵੀ ਮਹਾਂਪੁਰਖੋਂ ਕਿੰਨੀ ਕੁ ਪ੍ਰਾਪਤ ਹੋਈ ਹੈ। ਅਤੇ ਹੋਰ ਮਹਾਂਪੁਰਖਾਂ ਦੇ ਨਾਲ ਬਚਨ ਕਰਦਾ, ਕਮਾਈ ਵਾਲੇ ਬੰਦਗੀ ਵਾਲੇ ਬਚਨ ਕਰਦਾ ਹੈ। ਮੁਸਲਮਾਨ ਹੈ ਪਰ ਰੱਬ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਸੋ ਇੱਦਾਂ
ਇਹ ਫਤਿਹਦੀਨ ਜਿਹੜਾ ਨਾ, ਇਹਦੀ ਘਰ ਵਾਲੀ ਹੈ, ਇੱਕ ਇਹਦੀ ਲੜਕੀ ਹੈ, ਤੇ ਦੋ ਇਹਦੇ ਪੁੱਤਰ ਆ। ਇੱਕ ਦਾ ਨਾਂ ਹੈ ਕਰਮਦੀਨ ਤੇ ਇੱਕ ਦਾ ਨਾਮ ਹੈ ਇਲਮਦੀਨ। ਹੁਣ ਜਦੋਂ ਇਹ ਆਪਣੇ ਘਰ ਵਿੱਚ ਰਹਿ ਰਿਹਾ ਹੈ ਨਾ, ਹੁਣ ਸਮਾਂ ਬੀਤਦਾ ਜਾ ਰਿਹਾ ਹੈ। ਸੋ 9 ਸਾਲ ਇਹ ਇੱਦਾਂ ਆਪਣਾ ਸਮਾਂ ਜਿਹੜਾ ਇਹ ਬੰਦਗੀ ਕਰਕੇ ਬਤੀਤ ਕਰਦਾ ਰਿਹਾ। ਆਨੰਦ ਇਹਨੂੰ 21 ਸਾਲ 'ਚ ਹੀ ਆਉਣ ਲੱਗ ਪਿਆ, ਅਤੇ 3-4 ਸਾਲ ਤੱਕ ਇਹਨੇ ਆਨੰਦ ਪ੍ਰਾਪਤ ਕੀਤੇ ਬੰਦਗੀ ਕਰ ਕਰਕੇ। ਉਦੋਂ ਬਾਅਦ ਵਿੱਚ ਸਿਮਰਨ ਚੱਲਣ ਲੱਗ ਪਿਆ ਅਤੇ ਆਨੰਦ ਹੀ ਆਨੰਦ ਇਹਨੂੰ ਰਿਹਾ। 9 ਸਾਲ ਉਦੋਂ ਬਾਅਦ ਵਿੱਚ ਇਹ ਜੀਆ ਹੈ। 54-55 ਸਾਲ ਦੀ ਉਮਰ ਉਦੋਂ ਸੀ। 9 ਸਾਲ ਇਹਨੇ ਹੋਰ ਆਪਣੇ ਕੱਢੇ। 9 ਸਾਲਾਂ ਬਾਅਦ ਇਹਦਾ ਅੰਤ ਸਮਾਂ ਆ ਗਿਆ ਹੈ। ਜਦੋਂ ਅੰਤ ਸਮਾਂ ਆਇਆ ਨਾ, ਉਸ ਵੇਲੇ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਸ਼ਿਮਲੇ ਗਏ ਹੋਏ ਸਨ। ਇਹ ਕਹਿੰਦਾ ਹੁੰਦਾ ਸੀ, ਮਹਾਂਪੁਰਖੋ ਜਦੋਂ ਮੇਰਾ ਅੰਤ ਸਮਾਂ ਆਵੇ ਨਾ, ਉਦੋਂ ਮੇਰੇ ਕੋਲ ਹੋਇਓ ਤੁਸੀਂ। ਅਤੇ ਮਹਾਂਪੁਰਖ ਹੁਣ ਸ਼ਿਮਲੇ ਗਏ ਹੋਏ ਆ। ਇਹ ਜਾਣ ਲੱਗਿਆ ਅਤੇ ਮਿਲਿਆ। ਹੁਣ ਮਹਾਂਪੁਰਖਾਂ ਨੇ ਉੱਥੇ 5-6 ਮਹੀਨੇ ਰਹਿਣਾ ਹੁੰਦਾ ਏ। ਹੁਣ ਇੱਧਰ ਇਹ ਬਿਮਾਰ ਹੋ ਗਿਆ ਏ। ਇਸ ਦੇ ਪਰਿਵਾਰ ਨੂੰ, ਜਿਹੜਾ ਇਹਦਾ ਪਰਿਵਾਰ ਸੀ ਨਾ, ਇਹਨੇ ਆਪਣੇ ਪਰਿਵਾਰ ਨੂੰ ਸਾਰੇ ਨੂੰ ਬੁਲਾ ਕੇ ਕਿਹਾ, ਕਹਿਣ ਲੱਗਾ ਮੈਂ ਸੁਖੀ ਹਾਂ, ਮੈਨੂੰ ਦੁੱਖ ਕੋਈ ਨਹੀਂ ਹੈ, ਮੇਰੇ ਸਰੀਰ ਨੂੰ ਕੋਈ ਦੁੱਖ ਨਹੀਂ ਹੈ। ਮੈਂ ਬਿਮਾਰ ਹੋਇਆ, ਮੈਨੂੰ ਬੁਖਾਰ ਹੈ, ਮੇਰਾ ਸਰੀਰ ਰੁਕਿਆ ਹੋਇਆ ਏ, ਮੈਂ ਚਾਲਾ ਮਾਰ ਜਾਣਾ ਸੰਸਾਰ ਤੋਂ ਹੁਣ। ਪਰ ਮੇਰੇ ਸਰੀਰ ਨੂੰ ਅੰਦਰ ਆਤਮੇ ਠੰਡ ਹੈ, ਮੇਰੇ ਮਨ ਨੂੰ ਕੋਈ ਦੁੱਖ ਨਹੀਂ ਹੈ। ਸਰੀਰ ਉੱਤੇ ਦੁੱਖ ਆ ਰਿਹਾ, ਪਰ ਅੰਦਰ ਮੇਰੇ ਮਨ ਨੂੰ ਕੋਈ ਦੁੱਖ ਨਹੀਂ ਮਹਿਸੂਸ ਹੋ ਰਿਹਾ। ਅਤੇ ਕਹਿਣ ਲੱਗਾ ਮੈਂ ਬੜਾ ਸੁਖੀ ਹਾਂ, ਪਰ ਮਨ ਵਿੱਚ ਇੱਕੋ ਹੀ ਖਾਸ਼ ਹੈ ਜਿਹੜੀ ਉਹ ਰਹਿ ਗਈ ਹੈ ਵੀ ਹੁਣ ਮੇਰਾ ਆਖਰੀ ਵਕਤ ਹੈ। ਪਰ ਮੇਰੇ ਦਿਲ ਵਿੱਚ ਇੱਕ ਖਾਸ਼ ਜ਼ਰੂਰ ਹੈ ਕਿ ਇਸ ਸਮੇਂ ਅਗਰ ਸੰਤ ਬਾਬਾ ਗੁਰਬਖਸ਼ ਸਿੰਘ ਜੀ ਮੇਰੇ ਪਾਸ ਹੁੰਦੇ ਤਾਂ ਮੈਂ ਉਹਨਾਂ ਦੇ ਸਾਹਮਣੇ ਸਰੀਰ ਛੱਡਦਾ ਅਤੇ ਬੜਾ ਹੀ ਚੰਗਾ ਹੁੰਦਾ। ਅਤੇ ਕਹਿਣ ਲੱਗੇ ਹੁਣ ਮਹਾਂਪੁਰਖ ਦੇ ਸ਼ਿਮਲੇ ਗਏ ਆ। ਇਹਦੇ ਧੀਆਂ ਪੁੱਤਰ ਕਹਿਣ ਲੱਗੇ, ਪੁੱਤਰ ਇਹਦੇ ਆਖਣ ਲੱਗਾ ਹੁਣ ਵੀ ਇੱਦਾਂ ਕਰੋ, ਮੇਰੇ ਲਈ ਚੰਗਾ ਹੋਵੇਗਾ, ਮੇਰੇ ਜਿਹੜਾ ਮੰਜੇ ਦਾ ਸਰਾਣਾ ਇਹ ਸ਼ਿਮਲੇ ਵਾਲੇ ਬੰਨੇ ਕਰ ਦਿਓ। ਮੇਰਾ ਸਿਰ ਜਿਹੜਾ ਉਹ ਸਰਾਣਾ ਸ਼ਿਮਲੇ ਵਾਲੇ ਬੰਨੇ ਕਰ ਦਿਓ, ਕਿਉਂਕਿ ਮੇਰਾ ਕਾਬਾ ਉੱਥੇ ਹੀ ਹੈ ਜਿੱਥੇ ਮਹਾਂਪੁਰਖ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਹੈ। ਇੰਨਾ ਪਿਆਰ ਕਰਦਾ ਸੀ ਇਹ ਮਹਾਂਪੁਰਖਾਂ ਨੂੰ। ਇਹਦੇ ਪੁੱਤਰਾਂ ਨੇ ਐਸਾ ਹੀ ਕੀਤਾ ਕਿ ਉਹ ਮੰਜਾ ਇਹਦਾ ਫੜ ਕੇ ਨਾ ਅਤੇ ਉਸ ਪਾਸੇ ਨੂੰ ਕਰਤਾ ਸ਼ਿਮਲੇ ਵਾਲੇ ਬੰਨੇ ਨੂੰ। ਅਤੇ ਮਹਾਂਪੁਰਖਾਂ ਨੇ ਤਾਂ ਇੰਨਾ ਹੀ ਲਿਖਾਇਆ, ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੇ ਇੰਨਾ ਹੀ ਲਿਖਾਇਆ ਵੀ ਉਹਨਾਂ ਨੇ ਉਹ ਸ਼ਿਮਲੇ ਵੱਲ ਨੂੰ ਕਰ ਦਿੱਤਾ। ਉਹਦੇ ਪੁੱਤਰਾਂ ਨੇ ਵੀ ਇਹ ਗੱਲ ਦੱਸੀ ਹੈ। ਮਹਾਂਪੁਰਖਾਂ ਜਦੋਂ ਆਏ ਨਾ, ਅਤੇ ਮਹਾਂਪੁਰਖਾਂ ਨੂੰ ਉਹਦੇ ਪੁੱਤਰਾਂ ਨੇ ਆਪ ਇਹ ਸਾਰਾ ਕੁਝ ਦੱਸਿਆ, ਅਤੇ ਨਾਲ ਜਥੇ ਦੇ ਸਿੰਘਾਂ ਨੂੰ। ਅਤੇ ਬਾਪੂ ਮਹਿੰਦਰ ਸਿੰਘ ਸਾਹਿਬ ਜੀ ਕਹਿੰਦੇ ਸੀਗੇ ਵੀ ਵਡੇਰੇ ਦੱਸਦੇ ਜਿਨ੍ਹਾਂ ਦੇ ਨਾਲ ਰਹੇ ਆ ਕਿ ਮਹਾਂਪੁਰਖ ਸ਼ਿਮਲੇ ਸੀਗੇ, ਇਹ ਕਈ ਦਿਨ ਬਿਮਾਰ ਰਿਹਾ ਏ, ਪਰ ਇਹਦਾ ਅੰਤ ਸਮਾਂ ਨਹੀਂ ਆਇਆ। ਅਤੇ ਕਹਿੰਦੇ ਮਹਾਂਪੁਰਖ ਸ਼ਿਮਲਿਓਂ ਅਜੇ ਆਏ ਹੀ ਆ, ਆਉਂਦਿਆਂ ਪਤਾ ਲੱਗਾ ਸੰਤਸਰ ਸਾਹਿਬ ਤੋਂ ਉਸੇ ਵੇਲੇ ਸ਼ਾਹਪੁਰ ਚਲੇ ਗਏ। ਕਹਿੰਦੇ ਜਾ ਕੇ ਇਹਨੂੰ ਆਵਾਜ਼ ਮਾਰੀ, ਇਹਦਾ ਸਿਰ ਫੜ ਕੇ ਮਹਾਂਪੁਰਖਾਂ ਨੇ ਆਪਣੇ ਪੱਟ 'ਤੇ ਰੱਖਿਆ, ਗੋਦੀ 'ਤੇ ਰੱਖਿਆ, ਮੰਜੇ 'ਤੇ ਲੰਮਾ ਪਿਆ ਸੀਗਾ। ਆਪ ਮਹਾਂਪੁਰਖ ਸਰਾਣੇ ਵਾਲੇ ਬੰਨੇ ਬਹਿ ਗਏ, ਇਹਦਾ ਸਿਰ ਆਪਣੀ ਗੋਦੀ 'ਤੇ ਵਿੱਚ ਰੱਖਿਆ, ਪੱਟ 'ਤੇ ਰੱਖਿਆ। ਇਹਦੇ ਸਿਰ 'ਤੇ ਹੱਥ ਫਿਰਿਆ ਵੀ ਫਤਿਹਦੀਨ ਅਸੀਂ ਆ ਗਏ ਹਾਂ। ਅਤੇ ਕਹਿੰਦਾ ਮਹਾਂਪੁਰਖੋ ਤੁਹਾਡੀ ਉਡੀਕ ਸੀ, ਤੁਹਾਡੇ ਦਰਸ਼ਨ ਕਰਨੇ ਸੀ। ਮਹਾਂਪੁਰਖਾਂ ਦੇ ਦਰਸ਼ਨ ਕਰਕੇ ਅਤੇ ਇਹ ਅੱਖਾਂ ਮੀਟ ਗਿਆ। ਸੋ ਇਹ ਸੰਸਾਰ ਤੋਂ ਚਲੇ ਗਿਆ ਅਤੇ ਇਹ ਗੁਰਪੁਰੀ ਪਧਾਰ ਗਿਆ, ਕਿਉਂਕਿ ਮਹਾਂਪੁਰਖਾਂ ਨੂੰ ਉਡੀਕਦਾ ਸੀ। ਜਦੋਂ ਮਹਾਂਪੁਰਖ ਆਏ ਆਪਣਾ ਸਰੀਰ ਤਿਆਗ ਕੇ ਇਹ ਇਸ ਮਾਤ ਲੋਕ ਤੋਂ ਪਰਲੋਕ ਚਲੇ ਗਿਆ। ਸੋ ਇੱਦਾਂ ਜਿਹੜਾ ਇਹ ਫਤਿਹਦੀਨ ਹੈ ਨਾ, ਇਹਨੇ ਮਹਾਂਪੁਰਖਾਂ ਦੇ ਕੋਲੋਂ ਆ ਕਰਕੇ ਅਤੇ ਸਿਮਰਨ ਦੀ ਦਾਤ ਲਈ ਹੈ। ਸਿਮਰਨ ਦੀ ਜਾਚ ਸਿੱਖ ਕੇ, ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲਿਆਂ ਬਣਾ ਲਿਆ ਹੈ, ਆਪਣੇ ਜੀਵਨ ਨੂੰ ਸਫਲ ਕਰ ਗਿਆ ਹੈ। ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ, ਨਾਨਕ ਧਰਮ ਐਸੇ ਚਵਹਿ ਕੀਤੋ ਭਵਨ ਪਨੀਤ। ਜਿਹੜੇ ਸੱਜਣ ਪੁਰਖ ਆਪਣੇ ਸਿਮਰਨ ਕਰਕੇ ਜੀਵਨ ਨੂੰ ਸਫਲਿਆ ਬਣਾ ਕੇ ਜਾਂਦੇ ਆ ਨਾ,
ਤੇ ਜਦੋਂ ਉਹ ਜਾਂਦੇ ਧਰਮ ਰਾਜਾ ਵੀ ਜਿਹੜਾ ਹੈ ਨਾ, ਪਹਿਲਾਂ ਤਾਂ ਚਲੇ ਸਿੱਧੇ ਜਾਂਦੇ ਆ, ਅਕਾਲ ਪੁਰਖ ਉਹਨੂੰ ਧਰਮ ਰਾਜ ਕੋਲ ਜਾਣਾ ਨਹੀਂ ਪੈਂਦਾ। ਤੇ ਜੇ ਚਲਿਆ ਵੀ ਜਾਵੇ ਨਾ ਕਿਤੇ ਗੁਰਮੁਖ ਕੋਈ ਪਿਆਰਾ, ਤੇ ਧਰਮ ਰਾਜਾ ਉੱਠ ਖਲੋਂਦਾ ਏ। ਨਾਨਕ ਧਰਮ ਐਸੇ ਚਵੇ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਉਹ ਉੱਠ ਕੇ ਧਰਮ ਰਾਜਾ ਕਹਿੰਦਾ ਏ, ਕੀਤੋ ਭਵਨ ਪਨੀਤ, ਵੀ ਤੁਸੀਂ ਸਿਮਰਨ ਕਰਕੇ ਚੰਗੇ ਕੰਮ ਕਰਕੇ ਤੇ ਮੇਰੇ ਭਵਨ ਵਿੱਚ ਆਏ ਹੋ, ਤੁਹਾਡੇ ਚਰਨ ਪੈਂਦਿਆਂ ਹੀ ਮੇਰਾ ਭਵਨ, ਮੇਰਾ ਘਰ ਧਰਮ ਰਾਜਾ ਕਹਿੰਦਾ ਪਵਿੱਤਰ ਹੋ ਗਿਆ ਏ। ਸੋ ਐਸਾ ਸਤਿਕਾਰ ਜਿਹੜਾ ਉਹ ਗੁਰਮੁਖਾਂ ਨੂੰ ਪ੍ਰਾਪਤ ਹੁੰਦਾ ਏ। ਸੋ ਐਸੇ ਗੁਰਮੁਖਾਂ ਦੇ ਆਪ ਜੀ ਕਥਾ ਸਰਵਣ ਕਰ ਰਹੇ ਹੋ। ਅੱਜ ਇੱਥੇ ਪ੍ਰਸੰਗ ਦੀ ਸਮਾਪਤੀ ਹੈ। ਅਗਲਾ ਪ੍ਰਸੰਗ ਉਹ ਆਪ ਜੀ ਕੱਲ੍ਹ ਨੂੰ ਸਰਵਣ ਕਰੋਗੇ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸੁਮੱਤ ਬਖਸ਼ਣ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।